सरदार रणजीत सिंह ने अपने फर्ज बखूबी बहुत सोहने निभाए। माता जी की दिन रात सेवा की। माता की सेवा में लगे रहते सन। नहीं तो देखते हैं आप जो मां है पिता है और अपना दूजा रूप है। सरदार रणजीत सिंह ने बखूबी सरदार रणजीत सिंह ने हौसला नहीं हारिया। तो इन्हों का आपको शिक्षा लेना चाहिए। मां प्यो को साथ देंगे जिन्होंने आपको ये दुनिया दिखाई। इस तरह की बन चुकी है जिस तरह की भी गल माड़ी करता होवे उन्होंने हां के हाथ मिला देते हैं। महाराज के वक्त विचारे तो बंदा होए पूछना है कितने बजे गुरु घर जाना है। आप अपनी मर्जी नाल उठते हाँ। हुण इस दुनिया ते कितना भयानक बीमारियां आ रही हैं। ये आपसे संतान महाराज ने कोई साथ दिता है। कितनियां व्याप्तियां गुरु साहब की हो रही हैं। उस दुनिया को माता ने बहुत ही दुख करके पर माता ने हौसला नहीं हारिया। दोस्तों को दोनों कपड़े पहले गए क्योंकि मां प्यो ही रब का दूजा रूप है। मां प्यो के बिना किस तरह की लगती है दुनिया। तो आओ आगे भक्ति पढ़ के आपस में आपकी हो जाइए। कल मल मौत जासी, कल मल मौत जासी, सब करवाए वंदना, सब वाहिगुरू जी का खालसा वाहिगुरू जी की फतेह। तो अपने कोल आलम कीर्तन जिथा पहुंचा हुआ है। सो आप सिख संतां नूं कीर्तन सुना के निहाल करनगे। बुलाओ फतेह।
ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਤਿਗੁਰਾਂ ਦੇ ਅਕਾਲ ਪੁਰਖ ਦੇ ਬੁਲਾਵੇ ਮੁਤਾਬਕ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਨਿਰੰਕਾਰ ਦੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਮ੍ਰਿਤ ਵੇਲੇ ਭੋਗ ਤੋਂ ਉਪਰੰਤ ਅੰਤਮ ਅਰਦਾਸ ਇਸ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਹੈ ਚੱਲ ਰਹੀ ਹੈ। ਆਓ ਗੁਰਮੁਖ ਪਿਆਰਿਆਂ ਨੇ ਆਪਾਂ ਨੂੰ ਸ਼ਬਦ ਕੀਰਤਨ ਦੇ ਨਾਲ ਜੋੜਿਆ ਹੈ, ਪ੍ਰੇਮ ਦੇ ਨਾਲ ਕੀਰਤਨ ਕਰ ਰਹੇ ਸਨ ਤੇ ਆਓ ਹੁਣ ਆਪਾਂ ਨੇ 1:15 ਵਜੇ ਤੱਕ ਹਰੀ ਜਸ ਕੀਰਤਨ ਦੇ
नानक हरि गुण गायने छाड़ सकल जंजाल चल दरबार
सकदी मन रंगिया रसना प्रेम प्यारा बिन सतगुर तिने ना पायो कर देखो मान विचार मन मुख में ना उतरे शब्द न करे प्यार सतगुर के मेरे मन मेरे सतगुर के तान चल सतगुर के तान चल सतगुर के तान चल सतगुर के तान चल मन मेरे मन मेरे मन मेरे निज धर्म से अमृत पी मन
मेरी रात ते मुक्त फिरे
ਚੱਲਦਿਆਂ ਨਾਲ ਚੱਲਿਓ, ਅੰਤੇ ਚੱਲਦਿਆਂ ਨਾਲ ਚੱਲਿਓ, ਅੰਤੇ ਚੱਲਦਿਆਂ ਨਾਲ ਚੱਲਿਓ। ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ। ਸਾਰੇ ਸੋਖ ਭੁਜੰ ਬਲਿਓ, ਸਾਰੇ ਸੋਖ ਭੁਜੰ ਬਲਿਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ। ਕਹਿਤ ਕਬੀਰ ਸੁਨਹਾਰੇ ਸੰਤ, ਅਨ ਧਨ ਕਛੁਐ ਨਾ ਗਇਓ। ਆਈ ਤਨ ਮਾਇਆ ਮੰਦਰ ਛੋੜ ਚੱਲਿਓ, ਮਾਇਆ ਮੰਦਰ ਛੋੜ ਚੱਲਿਓ, ਮਾਇਆ ਮੰਦਰ ਛੋੜ ਚੱਲਿਓ। ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ। ਸਾਰੇ ਸੋਖ ਭਜਨ ਬਲਿਓ, ਸਾਰੇ ਸੋਖ ਭਜਨ ਬਲਿਓ, ਸਾਰੇ ਸੋਖ ਭਜਨ ਬਲਿਓ, ਸਾਰੇ ਸੋਖ ਭਜਨ ਬਲਿਓ। ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਮੇਰੀ ਗੱਲ ਤੇ ਧਨ ਨ ਗਇਓ, ਮੇਰੀ ਵਾਹਿਗੁਰੂ। ਰਾਮ ਨਾਮ ਗੁਣ ਗਾਏ ਨਿਮਿਤਾ, ਹਰ ਸਿਮਰਤ
ਗਰੇਵਾਲ ਧਰਮ ਸੁਪਤਨੀ ਜਥੇਦਾਰ ਸਰਦਾਰ ਭਾਨ ਸਿੰਘ ਜੀ ਹੋਏ, ਜਿਨ੍ਹਾਂ ਨੂੰ ਸਤਿਗੁਰਾਂ ਨੇ ਜਿੰਨੀ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਮੰਡਲ ਵਿੱਚ ਭੇਜਿਆ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਕੁਝ ਦਿਨ ਪਹਿਲਾਂ ਮੌਤ ਲਿਖ ਕੇ ਭੇਜ ਦਿੱਤਾ ਜਾਂਦਾ। ਆਪਾਂ ਦੇਖਿਆ ਨਾ, ਕਈ ਜਨਮ ਲੈਣ ਸਾਰ ਬੱਚੇ ਖਤਮ ਹੋ ਜਾਂਦੇ ਨੇ, ਕੋਈ ਸਾਲ 2 ਸਾਲ 2 ਮਹੀਨੇ 4 ਦਿਨ 10 20 100 ਸਾਲ ਤੱਕ 100 ਸਾਲ ਤੋਂ ਉੱਪਰ ਮਾਤਾ ਜੀ ਹੋਰਾਂ ਦੀ ਅੱਜ ਉਮਰ ਸੀ। ਇਸ ਕਰਕੇ ਜਿੰਨੇ ਵੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ, ਕਿਉਂਕਿ ਸਵਾਸ ਜਿਹੜੇ ਗਿਣਤੀ ਦੇ ਤੇ ਸਤਿਗੁਰਾਂ ਨੇ ਤਾਂ ਕਿਹਾ ਨਣ ਕਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤੇ ਲਸਾਰ, ਨਾ ਇਹ ਵੱਧ ਸਕਦੇ ਨੇ ਤੇ ਨਾ ਹੀ ਇਹ ਘਟਾਇਆ ਘਟ ਸਕਦੇ ਨੇ। ਤੇ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਵਿੱਚ ਕਿਹਾ, ਕੀ ਕਿਹਾ? ਜੋਰ ਨਾ ਜੀਵਨ ਮਰਨ ਨਹੀਂ, ਨਾ ਆਪਣੇ ਜੋਰ ਦੇ ਨਾਲ ਮਨੁੱਖ ਦੇ ਸੰਸਾਰ ਸਾਡੇ ਗੁਰੂ ਸਾਹਿਬਾਨ ਕਹੇ ਕਿ ਸਤਿਗੁਰਾਂ ਨੇ ਤਾਂ ਕਿਹਾ ਰਾਣਾ ਆਪੋ ਆਪਣੇ ਭਾਈ ਦੇ ਵਿਚਾਰ ਕੇ ਸੰਸਾਰ ਆਪਾਂ ਦੇਖੇ ਕੋਈ ਇੱਕ ਜਾ ਰਿਹਾ ਹੈ, ਪਤਾ
ਪਤਾ ਨਹੀਂ ਆਪਾਂ ਕਿਹੜੇ ਕਿਹੜੇ ਜਨਮਾਂ ਦੇ ਵਿੱਚ ਜੀ ਹੁੰਦੇ ਹੋਏ ਆਏ ਆ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਮਨੁੱਖਾ ਜਨਮ ਮਿਲਿਆ। ਤੇ ਮਨੁੱਖਾ ਜਨਮ ਕਾਹਦੇ ਵਾਸਤੇ? ਇਹ ਮਨੁੱਖਾ ਜਨਮ ਦੀ ਬਾਜੀ ਆਪਾਂ ਜਿੱਤ ਕੇ ਜਾਣੀ ਹੈ। ਇਹ ਜੀਵ ਨੂੰ ਇਹੀ ਕਿਹਾ ਹੈ ਕਿ ਮਨੁੱਖਾ ਜਨਮ ਦੀ ਬਾਜੀ ਤੂੰ ਜਿੱਤ ਕੇ ਜਾਏਗਾ, ਚੰਗੇ ਕਰਮ ਕਰਕੇ ਜਾਏਗਾ ਤਾਂ ਫਿਰ ਤੈਨੂੰ ਹਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਗੁਰਬਾਣੀ ਕਹਿੰਦੀ ਹੈ ਫਿਰ ਇੱਥੇ ਵੀ ਤੈਨੂੰ ਸੁਖ ਮਿਲਣਗੇ ਤੇ ਤੇਰਾ ਆਉਣ ਜਾਣ ਦਾ ਚੱਕਰ ਜਿਹੜਾ ਤੇਰਾ ਉਹ ਵੀ ਖਤਮ ਹੋ ਜਾਵੇਗਾ। ਵਾਰ-ਵਾਰ ਸਾਨੂੰ ਗੁਰਬਾਣੀ ਇਹ ਕਹਿੰਦੀ ਹੈ, ਹਰ ਜਸ ਰੇ ਮਨ ਗਾਇ ਜੋ ਸੰਗੀ ਹੈ ਤੇਰੋ ਅਵਸਰ ਬਿਤਿਓ ਜਾਗ ਹੈ ਕਹਿਓ ਮਾਨ ਲੈ ਮੇਰੋ। ਸਮਾਂ ਤੇਰਾ ਬੀਤਦਾ ਜਾ ਰਿਹਾ, ਜਿਹੜੇ ਸਵਾਸ ਆ ਗਏ ਇਹ ਬਸ ਤੋਂ ਸਵਾਸ ਨਿਕਲ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਣਾ। ਤਾਂ ਸਤਿਗੁਰੂ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਤ ਨਾ ਜਾਣਾ ਨਾਨਕ ਬਿਨ ਬੈਠ ਸੈਸਰੇ ਮੋਹ ਜਾ ਕੇ ਜੀ ਪਰਾਣਾ। ਨਾਨਕ ਬਿਨ ਬੈਠ ਸੈਸਰੇ ਮੋਹ ਜਾ ਕੇ ਜੀ ਪ੍ਰਾਣਾ। ਜਿਹਨੇ ਤੈਨੂੰ ਪ੍ਰਾਣ ਦਿੱਤੇ ਨੇ, ਸਵਾਸ ਦਿੱਤੇ ਨੇ, ਉਹਦਾ ਸਿਮਰਨ ਕਰ। ਕੀ ਵਾਹਿਗੁਰੂ ਜਪੋ ਵਾਹਿਗੁਰੂ 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 ਵਾਹਿਗੁਰੂ। ਆਪਾਂ ਮਾਤਾ ਜੀ ਦੀ ਯਾਦ ਦੇ ਵਿੱਚ ਚਲੋ ਸਾਰੇ ਆਪਾਂ ਕਰੀਏ ਸਿਮਰਨ ਵਾਹਿਗੁਰੂ 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 ਦਾ ਸਿਮਰਨ ਕਰੇਗਾ ਤਾਂ ਤੇਰਾ ਆਉਣਾ ਵੀ ਤੇਰਾ ਸੁਹੇਲਾ ਤੇ ਤੇਰਾ ਜਾਣਾ ਵੀ ਸੁਹੇਲਾ, ਤੇਰੀ ਮੌਤ ਵੀ ਸੁਹੇਲੀ ਹੋ ਜਾਵੇਗੀ। ਇਸ ਕਰਕੇ ਜਾਣਾ ਸਭ ਨੇ ਹੈ, ਲੈ ਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਮੌਤ ਲਿਖੀ, ਮੌਤ ਨੇ ਲਿਖ ਕੇ ਜੋ ਲਿਖੀ ਹੀ ਮੌਤ ਇੱਕ ਦਿਨ ਅਸੀਂ ਜਾਣਾ ਹੈ। ਜਿੱਥੇ ਸਮਾਂ ਸਥਾਨ ਦੇ ਕਾਰਨ ਜਦੋਂ ਇਕੱਠੇ ਹੋ ਗਏ ਨਾ ਤਾਂ ਫਿਰ ਉੱਥੇ ਤਿੰਨਾ ਮਰਨਾ ਭਾਈ। ਫਿਰ ਇੱਥੇ ਸਾਡੀ ਮੌਤ ਉੱਥੇ ਅਵਸ਼ ਹੈ, ਨਾ ਕੋਈ ਸਾਨੂੰ ਬਚਾ ਸਕਦਾ ਹੈ ਇਸ ਜੀਵ ਨੂੰ, ਨਾ ਕੋਈ ਰੱਖ ਸਕਦਾ ਹੈ। ਇਸ ਕਰਕੇ ਰਾਮ ਸਿਮਰ ਇਹ ਹੈ ਤੇਰਾ ਕਾਜ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਕਿ ਸਤਿਗੁਰੂ ਸੰਪਤ ਰਤ ਧਨ ਰਾਜ ਸਿਓ ਅਤ ਨੇਹੋ ਲਗਾਇਓ ਕਾਲ ਆਸ ਜਬ ਗਲ ਕਰੀ ਆਇਓ ਪਰ ਆਇਓ। ਜਿਹੜਾ ਵੀ ਤੂੰ ਦੇਖ ਰਿਹਾ ਧਨ ਜੋੜਿਆ ਹੋਇਆ ਆਵਣ ਨਾਮੇ ਜਾਨ ਕੋਈ ਨਾ ਰਹੇ ਰਾਧਾਰਾਨ। ਜਿਹੜੇ ਵੀ ਰਾਜੇ ਮਹਾਰਾਜੇ ਆਏ ਸਾਰੇ ਉਹ ਵੀ ਚਲੇ ਗਏ। ਸਤਿਗੁਰਾਂ ਨੇ ਕੀ ਕਿਹਾ? 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਜਿਹਦੀ ਸੋਨੇ ਦੀ ਲੰਕਾ ਸੀ ਨਾ। 1 ਲੱਖ ਪੁੱਤਰ ਸਵਾ ਲੱਖ ਪੁੱਤਰਾ ਤੇ ਅੱਜ ਉਹਦਾ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡੇ ਵੱਡੇ ਮਹਾਬਲੀਆਂ ਦੇ ਸਤਿਗੁਰਾਂ ਨੇ ਇੱਥੇ ਦੱਸਿਆ ਹੈ ਸਾਨੂੰ ਵੀ ਉਹ ਵੀ ਨਹੀਂ ਰਹੇ ਤੇ ਅਸੀਂ ਕੀ ਚੀਜ਼ ਆ? ਅਸੀਂ ਕੁਛ ਵੀ ਨਹੀਂ। ਵੱਡੇ ਵੱਡੇ ਰਾਜੇ ਮਹਾਰਾਜੇ ਆਏ ਜਿਹੜੇ ਮਹਾਬਲੀ ਸਨ ਉਹ ਵੀ ਚਲੇ ਗਏ। ਭਾਵੇਂ ਧਰਮ ਕਰਨ ਵਾਲੇ ਸੀ ਤੇ ਭਾਵੇਂ ਪਾਪ ਕਰਨ ਵਾਲੇ ਸੀ, ਭਾਵੇਂ ਰਾਜਾ ਹੋਵੇ ਭਾਵੇਂ ਭਿਖਾਰੀ ਹੋਵੇ, ਇਹ ਜੀਵ ਜਾਣਾ ਸਭ ਨੇ ਆ। ਉਹਦੇ ਤੋਂ ਜਾਣ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਆਪਣੀ ਤਿਆਰੀ ਕਰਨਾ। ਤਿਆਰੀ ਜ਼ਰੂਰੀ ਹੈ। ਆਪਾਂ ਦੇਖਦੇ ਆ ਨਾ ਬੱਚੇ ਜਿਹੜੇ ਆ ਪੜ੍ਹਦੇ ਨੇ, ਜਿਹੜੇ ਬੱਚਿਆਂ ਨੇ ਸਾਲ ਭਰ ਤਿਆਰੀ ਕੀਤੀ ਹੁੰਦੀ ਹੈ ਨਾ ਉਹ ਬੱਚਿਆਂ ਨੂੰ ਫਿਕਰ ਵੀ ਕੋਈ ਨਹੀਂ ਹੁੰਦਾ ਤੇ ਉਹ ਐਗਜ਼ਾਮਾਂ ਦੇ ਵਿੱਚੋਂ ਪਾਸ ਹੁੰਦੇ ਨੇ। ਤੇ ਇਸ ਕਰਕੇ ਸਾਨੂੰ ਵੀ ਤਿਆਰੀ ਕਰਨ ਨੂੰ ਕਿਹਾ। ਜਿਨ੍ਹਾਂ ਨੇ ਆਪਣੇ ਇਹ ਜੀਵਨ ਦੇ ਉੱਤੇ ਰਹਿੰਦੇ ਜਿਉਂਦੇ ਜੀ ਜਿਨ੍ਹਾਂ ਨੇ ਤਿਆਰੀ ਕਰ ਲਈ ਤਾਂ ਫਿਰ ਉਹਨਾਂ ਨੂੰ ਜਾਣ ਦਾ ਵੀ ਕੋਈ ਫਿਕਰ ਨਹੀਂ ਹੈ। ਜਿਨ੍ਹਾਂ ਨੇ ਨਾਮ ਜਪਿਆ, ਰੋਮ ਕਰਕੇ ਧਿਆਇਆ ਤੇ ਆਪਾਂ ਦੇਖਿਆ ਨਾ ਜਿਨ੍ਹਾਂ ਦੇ ਸੀਸ ਦੇ ਉੱਪਰ ਆਰਾ ਵੀ ਚੱਲਦਾ ਸੀਗਾ ਇੱਦਾਂ ਵੀ ਉਹ ਵਾਹਿਗੁਰੂ ਦਾ ਸਿਮਰਨ ਕਰਦੇ, ਕਿਉਂਕਿ ਉਹਨਾਂ ਦੇ ਰੋਮ ਵਿੱਚ ਵਾਹਿਗੁਰੂ ਦਾ ਸਿਮਰਨ ਰਮਿਆ ਹੋਇਆ ਸੀ। ਇਸ ਕਰਕੇ ਵਾਰ-ਵਾਰ ਨੇਰ ਆਰ ਇਹ ਸਾਚੀ ਦੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ। ਚੰਗੇ ਕਰਨਾ ਨਾ ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਵੀ ਵਾਚੇ ਜਾਣੇ, ਦੇਖੇ ਜਾਣੇ,
ਕਿ ਕਿੰਨੇ ਚੰਗੇ ਕਰਮ ਕੀਤੇ, ਜਿਹੜੇ ਚੰਗੇ ਕਰਮ ਕਰਨਗੇ ਉਹ ਮਨੁੱਖਾ ਜਨਮ ਸਫਲ ਕਰਕੇ ਜਾਣਗੇ, ਭਵਜਲ ਸੰਸਾਰ ਤੋਂ ਉਤਰ ਜਾਣਗੇ। ਕਿਵੇਂ? ਇਹ ਗੁਰੂ ਦਾ ਜਿਹੜਾ ਜਹਾਜ਼ ਹੈ ਨਾ, ਗੁਰੂ ਦਾ ਨਾਮ ਦਾ ਜਿਹੜਾ ਜਹਾਜ਼ ਦੇ ਉੱਪਰ ਬੈਠ ਕੇ ਫਿਰ ਉਹ ਆਪਣਾ ਜੀਵਨ ਵੀ ਸਫਲ ਕਰਕੇ ਗਏ ਤੇ ਅੱਗੇ ਵੀ ਸਫਲ ਭਈ ਯਾਤਰਾ ਉਹਨਾਂ ਦੀ ਜੀਵਨ ਯਾਤਰਾ ਉਹ ਸਫਲ ਕਰਕੇ ਜਾਂਦੇ ਨੇ। ਸਫਲ ਭਈ ਯਾਤਰਾ ਗੁਰਬਾਣੀ ਮੁਤਾਬਕ ਮਨੁੱਖਾ ਜਨਮ ਅਸੀਂ ਫਿਰ ਸਫਲ ਕਰਕੇ ਜਾਵਾਂਗੇ। ਇਹੀ ਵਾਰ-ਵਾਰ ਗੁਰਬਾਣੀ ਸਾਨੂੰ ਇਹੀ ਕਹਿ ਰਹੀ ਹੈ। ਫਰਮਾਨ ਇਹੀ ਹੈ ਪਿਆਰਿਓ। ਤੇ ਸਮਾਂ ਜਿਹੜਾ ਹੈ 1:15 ਦਾ ਜਿਹੜਾ ਉਹ ਹੋਣ ਦੇ ਨੇੜੇ ਆ ਰਿਹਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਹੋਰੀ, ਮਾਤਾ ਹਰਵੰਸ ਕੌਰ ਜੀ ਹੋਰੀ, ਧਰਮ ਸੁਪਤਨੀ ਜਥੇਦਾਰ ਸਰਦਾਰ ਭਾਨ ਸਿੰਘ ਜੀ ਹੋਰੀ, ਬਹੁਤ ਹੀ ਚੰਗਾ ਪਰਿਵਾਰ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਹਾਂ। ਇੰਨਾ ਜਿਹੜਾ ਦੇਖੋ ਇਕੱਠ ਸੰਗਤਾਂ ਦਾ ਹੈ, ਭਾਵੇਂ ਇੰਨੇ ਮੌਸਮ ਖਰਾਬ ਦੇ ਹੋਣ ਦੇ ਵਿੱਚ ਵੀ ਜਥੇਦਾਰ ਕਿਉਂਕਿ ਅਕਾਲੀ ਪਰਿਵਾਰ ਹੈ, ਇਹ ਬਹੁਤ ਹੀ ਮਾਣ ਹੈ। ਸਾਡੇ ਜੱਜਾ ਬਾਬੂ ਗੁਰੂ ਸਿੰਘ ਜੀ, ਸਰਦਾਰ ਚੰਦ ਸਿੰਘ ਜੀ, ਸਰਦਾਰ ਮਹਿਮਦ ਸਿੰਘ ਜੀ, ਸਰਦਾਰ ਫਿਕਰ ਸਿੰਘ ਜੀ ਤੇ ਛੋਟੇ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ, ਜਿਨ੍ਹਾਂ ਦੇ ਉੱਪਰ ਪੁਰਾਣੀ ਚਰਚਾ ਹੈ। ਮਾਤਾ ਜੀ ਗੁਰੂ ਨੇ ਜਿਹੜਾ ਆਪਣਾ ਜੀਵਨ ਹੈ ਬਹੁਤ ਵਧੀਆ ਗੁਜ਼ਾਰਿਆ ਹੈ। ਪੋਤੇ ਪੜੋਸੀਆਂ ਵਾਲੇ ਹੋਏ ਮਾਤਾ ਜੀ ਨਾਲ ਉਹਦਾ ਫਲ ਹੈ ਆਪਾਂ ਨੂੰ ਹੀ ਦੇਖ ਰਹੇ ਹਾਂ। ਇਹ ਸਾਡੇ ਪਿਆਰਿਓ ਮਾਤਾ ਦਾ ਬੱਚਿਆਂ ਦੇ ਕੋਲ ਜਾ ਕੇ ਨਾ ਵੀ ਇਹਨਾਂ ਦੀਆਂ ਦੋ ਬੱਚੀਆਂ ਦੀ ਰੋਹੇਲ ਕੌਰ ਤੇ ਦੀ ਸ਼ਕਰ ਕੌਰ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ੀ ਦਸਵੇਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਜੀ ਤੇ ਆਏ। ਫਿਰ ਸਭ ਥਾਈ ਹੋਏ ਕਿਸੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵੰਸਦਾਨੀ ਸਭ ਥਾਈ ਹੋਏ ਜਿਸੇ ਦਸਾਂ ਪਾਤਸ਼ਾਹ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਰਦੇ ਅੰਦਰ ਕੀ ਖਾਲਸਾ ਜੀ ਬੋਲਾ ਸ੍ਰੀ ਵਾਹਿਗੁਰੂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅਰਪਿਤ ਕੀਤਾ ਤੇ ਨਾਮ ਪਿਆਰਿਆ ਸਿਰ ਦੀ ਕਮਾਈ ਦਾ ਦੇ ਅੰਦਰ ਕੀ ਖਾਲਸਾ ਜੀ ਬੋਲਾ। ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਾਧ ਸੰਗ ਨਿਭਾਈ ਤੇ ਨਾਮ ਪਿਆਰਿਆ ਸਿਰਾਂ ਦੀ ਕਮਾਈ ਦਾ ਦੇ ਅੰਦਰ ਕੀ ਖਾਲਸਾ ਜੀ ਬੋਲਾ ਸ੍ਰੀ ਵਾਹਿਗੁਰੂ। ਪ੍ਰਥਮੈ ਸੁਰਤ ਖਾਲਸਾ ਜੀ ਕੀ ਅਰਦਾਸ ਹੈ। ਦੇਗ ਦੇਗ ਫਤਿਹ ਵਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਾ ਸ੍ਰੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਹ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਕੇ ਇਸ਼ਨਾਨ ਚੌਂਕੀਆਂ ਝੰਡੇ ਬੁਗੇ ਜੁਗ ਜੁਗ ਅਟਲ ਦਰਸ਼ਨ ਦੀਦਾਰੋਂ ਕਾ ਦੇ ਅੰਦਰ ਕੀ ਖਾਲਸਾ ਜੀ ਬੋਲਾ ਸ੍ਰੀ ਵਾਹਿਗੁਰੂ। ਆਪ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬੁੱਧ ਕਰ ਆਖਾ ਹੀ ਕਾਲ ਪੁਰਖ ਆਪਣੇ ਪੰਥ ਕੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦਾਰ ਤੇ ਸੇਵਾ ਸੰਭਾਲਦਾ ਦਾਨ
ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਓ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਚੇ ਅਰਦਾਸ ਜਿਹਾ ਚੀਰੀ ਲਿਖਿਆ ਵਿਹਾ ਹੁਕਮ ਕਮਾਹੇ ਆਪ ਜੀ ਦੀ ਦਿੱਤੀ ਹੋਈ ਸਵਾਸਾਂ ਰੂਪੀ ਨੂੰ ਪੂੰਜੀ ਨੂੰ ਭੋਗਦੇ ਹੋਏ ਸੰਦੋਖ ਤੋਂ ਪ੍ਰਲੋਕ ਤੋਂ ਗਵਨ ਕਰਕੇ ਸੱਚੇ ਪਿਤਾ ਮਹਾਰਾਜ ਮਾਨ ਬਖਸ਼ੇ ਦੀਵਾਰਾ ਅੰਮ੍ਰਿਤ ਵੇਲੇ ਭੋਗ ਪਾਏ ਦੇ ਸੱਚੇ ਪਿਤਾ ਮਹਾਰਾਜ ਜੀ ਉਸ ਤੋਂ ਪ੍ਰੰਤ ਆਪ ਜੀ ਦਾ ਵਾਕ ਹੈ ਅੰਤੇ ਸਤਿਗੁਰ ਬੋਲਿਆ ਗੁਰਮਤਿ ਵਿਚਾਰਾ ਹੋਈ ਸੱਚੇ ਪਿਤਾ ਮਹਾਰਾਜ ਜੀ ਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਅਨੇਕਾਂ ਰਾਂੀਆਂ ਭੁੱਲਾਂ ਚੁੱਕਾਂ ਹੋ ਗਈ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਿਤਾ ਮਹਾਰਾਜ ਜੀਓ ਪੁੰਨ ਦਾਨ ਜੋ ਵੀ ਦੇ ਬਖਸ਼ਣਾ ਸਵੈ ਸਵਖਤ ਆਪ ਜੀ ਹਜ਼ੂਰ ਪਰਿਵਾਰ ਵੱਲੋਂ ਨੇਕਾਂ ਸੱਜ ਕੇ ਹਾਜ਼ਰ ਹੋਈ ਆਪ ਦੀ ਕਿਰਪਾ ਕਰੋ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਬੜੀਆਂ ਸਭੀਆਂ ਹਾਜ਼ਰੀਆਂ ਦਰ ਪ੍ਰਵਾਨ ਓੰਕਾਰ ਤੋਂ ਬਚਾ ਕੇ ਰੱਖਣਾ ਆਪਣੇ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਸਵੈ ਸਵਖਤ ਆਪ ਜੀ ਕਰੋ ਬਖਸ਼ਿਸ਼ ਪਵਿੱਤਰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਜੋ ਜੀ ਆਵੇ ਦਰ ਤੇ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਤਾਂ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭੇ ਚਲਾਇਓ ਅੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਵਰਡ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਉਚ ਹੈ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਪਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਰਧਾ ਕਰ ਸੇ ਮਦੇ ਗੁਰ ਪਾਰ ਉਤਾਰਨ ਹਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਗਇਓ ਰਾਵਣ ਗਇਓ ਜਾਗੋ ਬਾਪਰਵਾਰ ਕਉ ਨਾਨਕ ਸਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾ ਕੀ ਕੀਜੀਐ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਜੋ ਬਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰਿ ਗੁਣ ਗਾਏ ਦੇ ਤਿਸ ਪ੍ਰਭ ਤਿਆਗ ਅਵਰ ਕਤ ਰਾਜੋ ਜੋ ਸਭ ਮੈਂ ਰਹਿਆ ਸਮਾਈ ਜਾ ਕੈ ਸਿਮਰਨ ਸਭ ਕੁਛ ਪਾਈਐ ਤਿਸ ਪ੍ਰਭ ਤਿਆਗ ਅਵਰ ਕਤ ਰਾਜੋ ਜੋ ਸਭ ਮੈਂ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਓ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਾਲੈ ਨਿਤ ਬ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਛਰਤ ਜਗਤ ਜੀਵਨ ਕੈਸੇ ਪਾਵੈ ਸਾਰ ਸਮਾਲੈ ਨਿਤ ਬ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਇਹਨਾਂ ਵਿੱਚ ਦਈ ਹੈ ਕਿ ਮਿਲਾਪ ਤਾਂ ਖੁਸ਼ੀ ਹੈ ਵਿਛੋੜਾ ਤਾਂ ਦੁੱਖ ਹੈ ਵਿਛੋੜਾ ਜੀ ਮਾਂ ਦਾ
ਮਾਂ ਦਾ ਸਾਡੇ ਸਮਾਜ ਦੇ ਵਿੱਚ ਬੜਾ ਵੱਡਾ ਸਥਾਨ ਆ। ਮਾਂ ਦਾ ਕੋਈ ਵੀ ਇਨਸਾਨ ਦੇਣ ਨਹੀਂ ਦੇ ਸਕਦਾ। ਅੱਜ ਕਿਸੇ ਵੀ ਕੋਈ ਮੁਕਾਮ ਤੇ ਕੋਈ ਵੀ ਇਨਸਾਨ, ਉਹਦੇ ਵਿੱਚ ਮਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਮਾਂ ਜਿੱਥੇ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਗੋਦ ਦੇ ਵਿੱਚ ਖਿਡਾਉਂਦੀ ਹੈ, ਚੰਗੇ ਮਾੜੇ ਥਾਂ ਤੋਂ ਰੋਕਦੀ ਹੈ, ਪਰ ਉਂਗਲ ਫੜ ਕੇ ਚੱਲਣਾ ਸਿਖਾਉਂਦੀ ਹੈ, ਉਸ ਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਪਰ ਕੀਤਾ ਕੁਝ ਨਹੀਂ ਜਾ ਸਕਦਾ। ਪਰਮਾਤਮਾ ਦਾ ਇਹ ਭਾਣਾ। ਮਾਤਾ ਜੀ ਚਾਹੇ ਆਪਣੀ ਪੂਰੀ ਉਮਰ ਭੋਗ ਕੇ ਗਏ ਨੇ, ਪਰ ਫਿਰ ਵੀ ਜਿਹੜਾ ਸੰਸਾਰ ਨੂੰ ਹੈ ਛੱਡਣਾ ਬੜਾ ਔਖਾ। ਮਾਤਾ ਜੀ ਦੇ ਜੇ ਜੀਵਨ ਬਾਰੇ ਗੱਲ ਕਰੀਏ ਤਾਂ ਬੜਾ ਨਿਮਰਤਾ ਵਾਲਾ ਜੀਵਨ ਸੀ ਉਹਨਾਂ ਦਾ। ਕ੍ਰੋਧ ਨਾਂ ਦੀ ਚੀਜ਼ ਕਦੇ ਉਹਨਾਂ ਦੇ ਜੀਵਨ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ। ਧਨੌਲੇ ਤੋਂ ਜਿਸ ਘਰ ਦੇ ਵਿੱਚ ਉਹ ਵਿਆਹੇ ਹੋਏ ਆਏ, ਬੜਾ ਨਾਮਵਰ ਪਰਿਵਾਰ ਸੀ ਇਸ ਹਲਕੇ ਦਾ। ਜਥੇਦਾਰ ਭਾਨ ਸਿੰਘ ਝਾਮਟ, ਜਿਨ੍ਹਾਂ ਨੂੰ ਚੰਗੀ ਖੇਤੀ ਦਾ ਸ਼ੌਕ ਸੀ, ਉੱਥੇ ਉਹਨਾਂ ਨੇ ਜਵਾਨੀ ਸਮੇਂ ਤੋਂ ਹੀ ਆਪਣੇ ਜੀਵਨ ਨੂੰ ਪੰਥ ਦੇ, ਸਮਾਜ ਦੇ ਔਰ ਹਲਕੇ ਦੇ ਲਈ ਖਿਲਾਇਆ ਸੀ। ਔਰ ਕਦੇ ਵੀ ਕਿਸੇ ਬੰਦੇ ਨੂੰ ਇਸ ਘਰ ਦੇ ਵਿੱਚ ਆ ਕੇ ਖਾਲੀ ਨਹੀਂ ਕੋਈ ਵੀ ਇਨਸਾਨ ਮੁੜਿਆ। ਔਰ ਜਦੋਂ ਉਹ ਸਵੇਰ ਤੋਂ ਲੈ ਕੇ ਜਿੱਥੇ ਉਹ ਬੜਾ ਲੰਮਾ ਸਮਾਂ ਇਸ ਨਗਰ ਦੇ ਸਰਪੰਚ ਰਹੇ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ, ਵੱਡੇ ਵੱਡੇ ਅਹੁਦਿਆਂ ਤੇ ਰਹੇ, ਉਸੇ ਤਰ੍ਹਾਂ ਇਸ ਘਰ ਦੇ ਵਿੱਚ ਪੰਥ ਦੇ ਮਹਾਨ ਵੱਡੇ ਵੱਡੇ ਲੀਡਰ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ, ਪ੍ਰਕਾਸ਼ ਸਿੰਘ ਬਾਦਲ ਵਰਗੇ, ਜਿਨ੍ਹਾਂ ਦਾ ਇਸ ਘਰ ਦੇ ਵਿੱਚ ਆਮ ਆਉਣਾ ਜਾਣਾ ਰਿਹਾ। ਉਸਦੇ ਨਾਲ ਹੀ ਜਿਹੜਾ ਮਾਤਾ ਦਾ ਸਭ ਤੋਂ ਵੱਡਾ ਯੋਗਦਾਨ ਸੀ ਕਿ ਕੋਈ ਵੀ ਇਨਸਾਨ ਜਦੋਂ ਘਰ ਦੇ ਵਿੱਚ ਆਉਂਦਾ 24 ਘੰਟੇ ਲੰਗਰ ਚੱਲਦਾ ਸੀ, ਔਰ ਕੋਈ ਵੀ ਇਸ ਘਰ ਦੇ ਵਿੱਚੋਂ ਕਦੇ ਕੋਈ ਭੁੱਖਾ ਨਹੀਂ ਸੀ ਗਿਆ। ਔਰ ਬੜੀ ਵੱਡੀ ਖੈਰ ਸੀ, ਰਾਤ ਦੇ ਸਮੇਂ ਵੀ ਸਾਰੇ ਹਲਕੇ ਵਾਲੇ ਜੇ ਕੋਈ ਦੂਰੋਂ ਨੇੜੇ ਵੀ ਕੰਮ ਨੂੰ ਚੱਲ ਕੇ ਆਉਂਦਾ ਸੀ ਤਾਂ ਇਸ ਘਰ ਦੇ ਵਿੱਚ ਹੀ ਪਨਾਹ ਮਿਲਦੀ ਸੀ। ਇਸੇ ਤਰ੍ਹਾਂ ਦਾ ਸਮਾਂ ਜਦੋਂ ਕਾਲਾ ਦੌਰ ਦਾ ਸਮਾਂ ਆਇਆ ਇਸ ਪੰਜਾਬ ਦੀ ਧਰਤੀ ਦੇ ਉੱਤੇ, ਬੜੇ ਨੌਜਵਾਨਾਂ ਦੇ ਵਿੱਚ ਬੜੇ ਨਜਾਇਜ਼ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਹੋਈ। ਚੰਗੇ ਨੌਜਵਾਨਾਂ ਨੂੰ ਇਸ ਘਰ ਦੇ ਵਿੱਚ ਪਨਾਹ ਵੀ ਮਿਲੀ ਔਰ ਵੱਡੇ ਵੱਡੇ ਅਫਸਰਾਂ ਨਾਲ ਜਥੇਦਾਰ ਭਾਨ ਸਿੰਘ ਝਾਮਟ ਨੇ ਟੱਕਰ ਵੀ ਲਈ, ਜਿੱਥੇ ਸ਼ਿਵ ਕੁਮਾਰ ਵਰਗੇ ਚਾਹੇ 200 ਬੰਦਾ ਮਾਰ ਕੇ ਸ਼ਾਮ ਨੂੰ ਘਰੇ ਚਲੇ ਜਾਣ, ਉਹਨਾਂ ਨਾਲ ਵੀ ਟੱਕਰ ਲੈ ਕੇ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਵੀ ਬਚਾਈ ਗਈ। ਉਸੇ ਤਰ੍ਹਾਂ ਉਹਨਾਂ ਦੀ ਇੱਕ ਟੀਮ ਹੁੰਦੀ ਸੀ ਹਲਕੇ ਦੇ ਵਿੱਚ, ਉਹਨਾਂ ਦੇ ਨਾਲ ਜਿੱਥੇ ਗੁਰਨਾਮ ਸਿੰਘ ਬੈਂਸ, ਮਹਿੰਦਰ ਸਿੰਘ ਗੌਰ, ਗਿਆਨੀ ਸੁਦਾਗਰ ਸਿੰਘ ਪੀਪਰਵਾ, ਇਸੇ ਤਰ੍ਹਾਂ ਗੁਰਦੇਵ ਸਿੰਘ ਦਾਖਾ, ਦਲੀਪ ਸਿੰਘ ਖੰਜਰਵਾਲ ਔਰ ਗੁਰਬਖਸ਼ ਸਿੰਘ ਪੜੈਣ ਦੀ ਇੱਕ ਟੀਮ ਹੁੰਦੀ ਸਮੁੱਚੀ। ਜਿਸ ਤਰ੍ਹਾਂ ਹੁਣ ਲੀਡਰ ਆ ਜਿਹੜੇ ਪਿੰਡਾਂ ਦੇ ਵਿੱਚ, ਹੁਣ ਲੀਡਰ ਆਉਂਦੇ, ਉਸ ਸਮੇਂ ਕੋਈ ਲੀਡਰ ਪਿੰਡਾਂ ਦੇ ਵਿੱਚ ਆਉਂਦਾ ਨਹੀਂ ਸੀ ਹੁੰਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਕਾਲ ਆ ਜਾਣੀ ਤਾਂ ਇਹਨਾਂ ਨੇ ਪਿੰਡਾਂ ਦੇ ਵਿੱਚ ਜਥੇਦਾਰ ਦੀ ਅਗਵਾਈ ਦੇ ਵਿੱਚ ਵਿਚਰਿਆ ਜਾਂਦਾ ਸੀ। ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਇਹੋ ਜਿਹਾ ਜੀਵਨ ਆਮ ਪਰਿਵਾਰਾਂ ਦੇ ਵਿੱਚ ਨਹੀਂ ਦੇਖਣ ਨੂੰ ਨਹੀਂ ਸੀ ਮਿਲਦਾ। ਔਰ ਸਾਨੂੰ ਬੜੀ ਵੱਡੀ ਸਿੱਖਿਆ ਮਿਲੀ ਸੀ ਇਸ ਪਰਿਵਾਰ ਦੇ ਵਿੱਚੋਂ, ਔਰ ਇਸ ਪਰਿਵਾਰ ਦੀ ਤਰੱਕੀ ਦੇ ਵਿੱਚ ਔਰ ਇਸ ਪਰਿਵਾਰ ਨੂੰ ਬੁਲੰਦੀਆਂ ਤੇ ਲਿਜਾਣ ਵਾਸਤੇ ਮਾਤਾ ਜੀ ਦਾ ਬੜਾ ਵੱਡਾ ਯੋਗਦਾਨ ਰਿਹਾ। ਆਪਾਂ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜਾ ਸਮਾਜ ਹੈ ਵਿਨਾਸ਼ਹੀਣ ਹੈ, ਕੋਈ ਵੀ ਇਨਸਾਨ ਇੱਥੇ ਪੱਕੇ ਤੌਰ ਤੇ ਰਹਿ ਨਹੀਂ ਸਕਦਾ। ਸਾਰਿਆਂ ਨੇ ਆਪਾਂ ਵਾਰੀ ਜਾਣਾ। ਭਗਤ ਕਬੀਰ ਜੀ ਉਹਦੇ ਬਾਰੇ ਕਹਿੰਦੇ ਨੇ, ਕਿਆ ਜਾਣੇ ਕਿ ਮਰੇਗੇ ਕੈਸਾ ਮਰਨਾ ਹੋਏ। ਭਗਤ ਜੀ ਕਹਿੰਦੇ ਮੌਤ ਹੈ ਜਿਹੜੀ ਗਰਭ ਦੇ ਵਿੱਚ ਵੀ ਹੋ ਸਕਦੀ ਹੈ, ਹੋ ਸਕਦਾ ਬਚਪਨ ਹੀ ਨਾ ਮਿਲੇ, ਜੇ ਬਚਪਨ ਮਿਲ ਗਿਆ ਤਾਂ ਹੋ ਸਕਦਾ ਜਵਾਨੀ ਨਾ ਮਿਲੇ, ਜੇ ਜਵਾਨੀ ਮਿਲ ਗਈ ਤਾਂ ਹੋ ਸਕਦਾ ਬੁਢਾਪਾ ਨਾ ਮਿਲੇ। ਅੱਗੇ ਜਾ ਕੇ ਕਹਿੰਦੇ ਨੇ ਕਾਰਨ ਕੀ ਬਣਨਾ, ਉਹ ਵੀ ਇਨਸਾਨ ਨੂੰ ਨਹੀਂ ਪਤਾ ਕਿ ਬਿਮਾਰ ਹੋ ਕੇ ਜਾਣਾ ਜਾਂ ਕਿਸੇ ਐਕਸੀਡੈਂਟ ਦੇ ਵਿੱਚ ਮਾਰਿਆ ਜਾਣਾ। ਜਦੋਂ ਕੋਈ ਪ੍ਰਾਣੀ ਸਭ ਤੋਂ ਵਿਛੜਦਾ ਉਹਦੇ ਬਾਰੇ ਬਾਬਾ ਨਾਨਕ ਜੀ ਸਾਨੂੰ ਸਮਝਾਉਣਾ ਕਰਦੇ, ਨਾਨਕ ਬਾਬਾ ਕਿਸ ਨੂੰ ਰੋਈਏ ਬਾਜੀ ਇਸ ਸੰਸਾਰੋਂ। ਬਾਬਾ ਜੀ ਬਾਜੀ ਕਿਹਾ ਕਿ ਖੇਡ ਨੂੰ, ਬਾਬਾ ਜੀ ਕਹਿੰਦੇ ਹਰ ਘਰ ਦੇ ਵਿੱਚ ਮੌਤ ਰੂਪੀ ਖੇਡ ਖੇਡੀ ਜਾਣੀ ਹੈ, ਕਿਸ ਕਿਸ ਨੂੰ ਰੋਵੋਗੇ। ਅੱਗੇ ਜਾ ਕੇ ਕਹਿੰਦੇ ਨੇ ਸੰਤ ਹੋਇਆ ਕਿ ਰੋਈਏ ਜੋ ਆਪਣੇ ਗ੍ਰਹਿ ਜਾਏ। ਸੰਤ ਤੋਂ ਭਾਵ ਆ ਸਾਧੂ ਇਨਸਾਨ। ਜਿਸ ਤਰ੍ਹਾਂ ਮਾਤਾ ਜੀ ਇੱਕ ਸਾਧੂ ਸੁਭਾਅ ਦੇ ਮਾਲਕ ਸੀ, ਸਾਡੇ ਕੋਲ ਗਏ ਆ, ਜਦੋਂ ਇਹ ਇਨਸਾਨ ਜਾਂਦੇ ਨੇ ਤਾਂ ਸਾਨੂੰ ਨਹੀਂ ਰੋਣਾ ਚਾਹੀਦਾ। ਅੱਗੇ ਜਾ ਕੇ ਸਾਨੂੰ ਰੋਣ ਵਾਸਤੇ ਵੀ ਕਿਹਾ ਗਿਆ, ਰੋਵੋ ਸਾਖਤ ਬਾਪੜੇ ਜੋ ਹਾਟੇ ਹੱਟ ਲਗਾਏ। ਉਹਨਾਂ ਇਨਸਾਨਾਂ ਨੂੰ ਰੋਵੋ ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਆਪਣਾ ਹੀਰਾ ਜੀਵਨ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਬਰਬਾਦ ਕਰ ਲਿਆ। ਔਰ ਜਦੋਂ ਮਾਤਾ ਜੀ ਵਰਗੇ ਚੰਗੇ ਇਨਸਾਨ ਸਾਡੇ ਕੋਲ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਪੰਥ ਦੇ ਲਿਖੇ ਔਰ ਇਸ ਹਲਕੇ ਦੇ ਲਿਖੇ
ਲਾਇਆ ਇਹ ਜਿਹੀਆਂ ਜਦੋਂ ਮਾਵਾਂ ਜਾਂਦੀਆਂ ਨੇ ਇਹਨਾਂ ਪਰਿਵਾਰਾਂ ਦੇ ਵਿੱਚ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਔਰ ਬਹੁਤ ਕੁਝ ਸਾਨੂੰ ਬਾਣੀ ਦੇ ਵਿੱਚ ਬਾਬਾ ਜੀ ਨੇ ਉਦਾਹਰਨਾਂ ਦੇ ਕੇ ਬੜੀਆਂ ਸਮਝਾਉਣਾ ਕੀਤਾ ਗਿਆ ਹੈ ਕਿ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੋ ਬਾਰ। ਪਤਾ ਨਹੀਂ ਇਹ ਜੀਵਨ ਆਪਾਂ ਨੂੰ ਮੁੜ ਕੇ ਮਿਲਣਾ ਜਾਂ ਨਹੀਂ ਮਿਲਣਾ, ਤਾਂ ਇਸ ਕਰਕੇ ਅਸੀਂ ਇਸ ਜੀਵਨ ਦੇ ਵਿੱਚ ਹੀ ਚੰਗੇ ਕੰਮ ਕਰਕੇ ਜਾਈਏ ਤਾਂ ਕਿ ਸਾਡੀ ਦਰਗਾਹ ਦੇ ਵਿੱਚ ਵੀ ਸਾਨੂੰ ਚੰਗੀ ਜਗ੍ਹਾ ਮਿਲ ਸਕੇ, ਇੱਥੇ ਵੀ ਸਾਡੀ ਵਡਿਆਈ ਹੋਵੇ। ਔਰ ਬਹੁਤ ਸਾਰੇ ਆਗੂ ਸਾਹਿਬਾਨ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ, ਬਹੁਤ ਸਾਰੇ ਆਗੂ ਸਾਹਿਬਾਨ ਲੀਡਰ ਸਾਹਿਬਾਨ ਸਾਡੇ ਵਿੱਚ ਬੈਠੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਇਸ ਪਰਿਵਾਰ ਦੇ ਬਾਰੇ ਜਿੰਨਾ ਵੀ ਬੋਲਿਆ ਜਾਵੇ ਉਹਨਾਂ ਥੋੜਾ, ਕਿ ਬੜਾ ਲੰਮਾ ਸਮਾਂ ਵੱਡੇ ਜਿਹੜੇ ਆਗੂ ਚਲੇ ਗਏ ਨੇ ਉਹਨਾਂ ਦਾ ਵੀ ਬਾਹਰ ਆ। ਮੈਨੂੰ ਵੀ ਬੜੇ ਨੇੜਿਓਂ ਹੋ ਕੇ ਜਥੇਦਾਰ ਭਾਨ ਸਿੰਘ ਝੰਡ ਨੂੰ ਔਰ ਮਾਤਾ ਜੀ ਨੂੰ ਦੇਖਣ ਦਾ ਮੌਕਾ ਮਿਲਿਆ ਔਰ ਉਹਨਾਂ ਦੇ ਜੀਵਨ ਤੋਂ ਬੜਾ ਕੁਝ ਸਿੱਖਿਆ ਵੀ ਹੈ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਜਥੇਦਾਰ ਕੇਵਲ ਸਿੰਘ ਬਾਦਲ ਜੀ ਨੂੰ ਕਿ ਉਹ ਆ ਕੇ 2 ਮਿੰਟ ਦੇ ਲਈ ਮਾਤਾ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ। ਜਥੇਦਾਰ ਕੇਵਲ ਸਿੰਘ ਬਾਦਲ ਜੀ। ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਸਰਦਾਰ ਜਸਵੰਤ ਸਿੰਘ ਨੇ ਆਪਾਂ ਨੂੰ ਜਾਣੂ ਕਰਵਾਇਆ ਪਰਿਵਾਰ ਦੇ ਸੰਬੰਧ ਵਿੱਚ। ਸਤਿਕਾਰਯੋਗ ਵੀਰੋ, ਕਿਸੇ ਵਿਦਵਾਨ ਨੇ ਲਿਖਿਆ ਮਾਂ ਹੁੰਦੀ ਏ ਮਾਂ ਦੁਨੀਆ ਵਾਲੇ। ਮਾਂ ਇੱਕ ਐਸੀ ਚੀਜ਼ ਹੈ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਬੱਚਾ ਜਦੋਂ ਜਨਮ ਲੈਂਦਾ ਫਿਰ ਬੋਲਣ ਸਿੱਖਦਾ, ਫਿਰ ਤੁਰਨ ਲੱਗਦਾ। ਮੈਂ ਸਮਝਦਾ ਵੀ ਮਾਂ ਜਿਹੜੀ ਹੁੰਦੀ ਉਹ ਇੱਕ ਗੁਰੂ ਹੁੰਦੀ ਤੇ ਬੜੇ ਭਾਗਾਂ ਵਾਲਿਆਂ ਨੂੰ ਇੰਨਾ ਲੰਮਾ ਸਮਾਂ ਉਸ ਮਾਂ ਦੀ ਸੇਵਾ ਕਰਨ ਦਾ ਅਤੇ ਉਹਦੇ ਲਾਡ ਲਡਾਉਣ ਦਾ। ਜਿੱਥੇ ਉਹਨਾਂ ਦੇ ਬੇਟਿਆਂ ਨੇ ਮਾਂ ਦਾ ਗੋਦ ਦਾ ਸੁੱਖ ਲਿਆ, ਉੱਥੇ ਉਹਨਾਂ ਦੇ ਪੋਤਰਿਆਂ ਨੇ, ਜਿੱਥੇ ਪੋਤਰਿਆਂ ਨੇ ਸੁੱਖ ਲਿਆ ਉੱਥੇ ਪੜੋਤਿਆਂ ਨੇ ਵੀ ਉਸ ਮਾਂ ਦਾ ਨਿੱਘ ਬਣਿਆ। ਇਸ ਕਰਕੇ ਵੀਰੋ, ਮੈਂ ਸਮਝਦਾ ਕੋਈ ਵੀ ਪਰਿਵਾਰ ਉਹਨਾਂ ਚਿਰ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਔਰਤ ਸਾਥ ਨਾ ਦੇਵੇ। ਚਾਹੇ ਕੋਈ ਕਿੰਨਾ ਵੀ ਕਾਰੋਬਾਰ ਪਹਿਲਾਂ ਹੁੰਦਾ ਸੀ ਜਾਂ ਹੈ, ਪਰ ਉਹਨੂੰ ਸਾਂਭਣਾ ਬੜਾ ਜ਼ਰੂਰੀ ਹੈ। ਸਤਿਕਾਰਯੋਗ ਮਾਤਾ ਜੀ ਹੋਣਾ ਨੇ, ਮੇਰੇ ਸਤਿਕਾਰਯੋਗ ਪਿਤਾ ਜੀ ਤੁਸੀਂ ਸਾਰੇ ਜਾਣਦੇ ਹੋ ਸਰਦਾਰ ਕੁਲਦੀਪ ਸਿੰਘ ਜੀ ਬਾਦਲ ਹੁੰਦੇ ਸੀ, ਉਹਨਾਂ ਦਾ ਸਰਦਾਰ ਭਾਨ ਸਿੰਘ ਹੋਣਾ ਦਾ ਬਹੁਤ ਆਉਣ ਜਾਣ ਸੀ, ਬਹੁਤ ਹੀ ਪਿਆਰ ਸੀ। ਇਸ ਪਰਿਵਾਰ ਦੇ ਨਾਲ ਮੇਰਾ ਵੀ ਉਸ ਤੋਂ ਬਾਅਦ ਬਹੁਤ ਆਉਣਾ ਜਾਣਾ ਸੀ, ਬੜਾ ਪਿਆਰ ਹੈ। ਤੇ ਮੈਂ ਸਮਝਦਾ ਇਸ ਪਰਿਵਾਰ ਦੀ ਬਾਤ ਜੇ ਮੈਂ ਦੱਸਣ ਲੱਗਾ ਤਾਂ ਬਹੁਤ ਲੰਮਾ ਸਮਾਂ ਲੱਗੂਗਾ, ਕਿਉਂਕਿ ਬਹੁਤ ਸਾਰੇ ਬੁਲਾਰੇ ਬੈਠੇ ਆ, ਸਾਰਿਆਂ ਨੇ 2-2 ਮਿੰਟ ਤੁਹਾਡੇ ਦਰਸ਼ਨ ਕਰਨੇ ਤੇ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ। ਇਸ ਕਰਕੇ ਜੋ ਮੈਂ ਸਮਝਦਾ ਇਸ ਘਰ ਨੂੰ ਅੱਗੇ ਲਿਆਉਣ ਦੇ ਵਿੱਚ ਮਾਤਾ ਜੀ ਦਾ ਬਹੁਤ ਵੱਡਾ ਹਿੱਸਾ ਸੀ। ਕੋਈ ਵੀ ਲੀਡਰ ਹੋਵੇ, ਕੋਈ ਵੀ ਸਮਾਜ ਸੇਵਕ ਹੋਵੇ, ਪਰ ਜਿੰਨਾ ਚਿਰ ਔਰਤ ਸਾਥ ਨਾ ਦੇਵੇ ਕੋਈ ਅੱਗੇ ਨਹੀਂ ਵੱਧ ਸਕਦਾ। ਇਸ ਪਰਿਵਾਰ ਨੂੰ ਅੱਗੇ ਲਿਆਉਣ ਵਿੱਚ ਮਾਤਾ ਜੀ ਦਾ ਬਹੁਤ ਵੱਡਾ ਹਿੱਸਾ ਸੀ। ਤੇ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਵਾਹਿਗੁਰੂ ਮੂਹਰੇ ਅਰਦਾਸ ਕਰਦਾ, ਇਹ ਅਕਾਲ ਪੁਰਖ ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਚੜ੍ਹਦੀ ਕਲਾ ਬਖਸ਼ਣ। ਇੰਨੀਆਂ ਹੀ ਬੇਨਤੀਆਂ ਕਰਦਾ ਸੀ ਕਿ ਉਹਨਾਂ ਦਾ ਜਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ ਬਾਦਲ ਸਾਹਿਬ ਦਾ। ਪਰਿਵਾਰ ਦੇ ਨੇ ਡਾਕਟਰ ਦਲਜੀਤ ਸਿੰਘ ਜੀ ਚੀਮਾ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਸੇ ਤਰ੍ਹਾਂ ਸਰਦਾਰ ਹਰਮੇਲ ਸਿੰਘ ਜੀ ਗੌੜਾ, ਸਰਦਾਰ ਬਿਕਰਮਜੀਤ ਸਿੰਘ ਜੀ ਖਾਲਸਾ, ਸ੍ਰੀ ਡੀ ਆਰ ਭੱਟੀ,
जो साबका SSP लुधियाना और सरदार मनजीत सिंह हंबड़ा, हरवीर सिंह याड़ी, परमपाल सिंह जी घुमन, वो भी परिवार के नाल दुख साझा करके गए ने। हुण मैं बेनती करा सरदार बलकीत सिंह दाखा जी नूं कि वो आके 2 मिनट के लिए माता जी नूं श्रद्धा ते सत्कार भेंट करन। पूजनिक माता हरबंस कौर जी, धन पत्नी स्वर्गवासी जथेदार भान सिंह झम्मड़, उन्हों की अंतिम अरदास में श्रद्धा के सत्कार भेंट करने वास्ते परिवार नाल दुख साझा करने वास्ते गुरु महाराज की हजूरी में हाजिर हुए हैं। जिंदगी और मौत के संबंध में गुरु घर के कीर्तनी जथे ने रब्बी गुरबाणी का कीर्तन बयान करके परिवार को संगतां नूं धार देने का यतन किया। गुरबाणी का फरमान है, क्या जाना कि मरेंगे कैसा मरना होए, जेकर सहे मनो न विसरे तां सहे न मरना होए। माता हरबंस कौर जी जापा ते तप वाला, सेवा की सिमरन वाला, पुण्य ते दान वाला उच्चा ते सुच्चा जीवन बतीत करके गए ने। मावां बारे बहुत कुछ कहा गया, बहुत कुछ कहा जा सकता है। माँ का मोह, माँ की ममता, माँ का प्यार, माँ का आशीर्वाद, माँ की बुकल का निक सारे संसार में किसी भी कीमत से पाया नहीं जा सकता। माता हरबंस कौर जी बहुत लंबी उम्र हो गई संसार में गए ने। 1 सदी तो वध समा उन्होंने इस संसार में विचर के जो अपने धियां पुत्रां नूं, अपने परिवार नूं चंगे संस्कार दिते ने। अज जो भी उन्होंने को शोहरत का सरमाया है, ये उन्होंने की बदौलत है। भावें मैनूं माता जी के दर्शन करने का मौका नहीं लग्या, लेकिन उन्होंने होना आग्याकार सपुत्र सरदार मनजीत सिंह जदों कनेडा विच सन, टोरंटो, मेरे बहुत परम मित्र बिंदर गुडाणी, उन्होंने घर इन्हों मिलने का मौका लग्या। और उस दिन तो अज तक मेरे घरे भी कोई खुशी गमी का समागम होया। इन्होंने हमेशा मेरा भी दुख मनाया। और जथेदार भान सिंह झम्मड़ जिहड़े टकसाली लीडरां विचों एक सन, जिवें अज के युग के समय में इहो ਜਿਹੇ लीडरां की घाट महसूस की जाती है, जिहड़े अपनी पार्टी का झंडा बुलंद करके और अपने साथियों को नाल लैके उहदी सुख मंगते सन, उहदे लई काम करते सन, कुर्बानियां करते सन। उन्हां विचों जथेदार भान सिंह झम्मड़ एक सन। उन्होंने एडा वड्डा महान मनुख बनाउण विच माता हरबंस कौर जी का बहुत बड़ा बहुमूल्य योगदान सी। वो आज साडे विच नहीं रहे। उन्हां दा आदर्श जीवन साडे सामने है। उन्होंने सच्ची ते सुच्ची श्रद्धांजलि यही होएगी, उन्होंने उच्चे सुच्चे जीवन की किताब विचों कोई ना कोई वर्का पढ़ के असीं उन्हां वांगू सेवा करने का यत्न करिए। सो इन्हां लफ्ज़ां दे नाल मैं अपने वालों माता हरबंस कौर जी को अपनी श्रद्धा से सत्कार भेंट करदा। आप सारे ने रल के संगत के रूप में अरदास की है, सच्चे पातशाह उन्होंने अपने चरणों में निवास बख्शे, पिछे परिवार में सानू सारे भाणा बनता वर बख्शे। वाहिगुरू जी का खालसा, वाहिगुरू जी की फतेह। परिवार के नाल दुख साझा करके गए ने सरदार गुरु ग्रंथ साहब की हजूरी बजुर्ग माता हरबंस कौर जी की अंतिम अरदास विच शामिल सारी साथ पुੱਤ चले जावे मां डुੱਬ ਜਾਂਦੀ, पर इन्ने ਵੱਡੇ ਵੱਡੇ ਝਟਕੇ ਪਏ, ਇਹੋ ਜਿਹੀਆਂ ਗੱਲਾਂ ਹੋਈਆਂ ਪਰਿਵਾਰ ਦੇ ਵਿੱਚ, ਫਿਰ ਵੀ ਗੁਰੂ ਮਹਾਰਾਜ ਦੀ ਇੰਨੀ ਮਿਹਰ ਰਹੀ ਹੈ ਮਾਤਾ ਜੀ ਦੇ ਉੱਪਰ ਕਿ ਉਹ ਡੋਲੇ ਨਹੀਂ। ਆਪਣੇ ਪਰਿਵਾਰ ਨੂੰ ਇਕੱਠਾ ਕਰਨ ਦੇ ਵਿੱਚ ਪੂਰਾ ਉਹਨਾਂ ਨੇ ਜ਼ੋਰ ਲਾਇਆ ਔਰ ਪੂਰਾ ਪਰਿਵਾਰ ਨੂੰ ਅੱਗੇ ਲਿਜਾਣ 'ਚ ਜ਼ੋਰ ਲਾਇਆ। ਜਿਵੇਂ ਮੇਰੇ ਤੋਂ ਪਹਿਲਾਂ ਦਾਖਾ ਸਾਹਿਬ ਨੇ ਦੱਸਿਆ ਕਿ ਜਥੇਦਾਰ ਭਾਨ ਸਿੰਘ ਦੀ ਤਰੱਕੀ 'ਚ ਉਹਨਾਂ ਨੂੰ ਐਡਾ ਵੱਡਾ ਇਨਸਾਨ ਬਣਾਉਣ ਦੇ ਵਿੱਚ ਮਾਤਾ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਔਰ ਪਰਿਵਾਰ ਨੂੰ ਇੰਨਾ ਕੁਝ ਹੋਇਆ, ਆਪਾਂ ਸਭ ਜਾਣਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ, ਪਰ ਫਿਰ ਵੀ ਉਹ ਡੋਲੇ ਨਹੀਂ। ਪੁੱਤ ਕੋਣੇ ਮਾਪਿਆਂ ਨੂੰ ਬੱਚਾ ਤੋਰਨਾ, ਘਰ ਵਾਲੀ ਨੂੰ ਉਹਦਾ ਘਰ ਵਾਲਾ ਤੋਰਨਾ ਬੜਾ ਔਖਾ ਹੈ। ਸਾਧ ਸੰਗਤ ਜੀ ਕਹਿਣਾ ਬਹੁਤ ਸੌਖਾ। ਕਰੋਨਾ ਦੇ ਮਹਾਂਕਾਲ ਦੇ ਵਿੱਚ ਮੈਂ ਦੇਖਿਆ ਬੜੇ ਪਰਿਵਾਰ ਚਲੇ ਗਏ ਨੇ ਔਰ ਇਹੋ ਜਿਹੇ ਝਟਕੇ ਲੋਕਾਂ ਨੂੰ ਲੱਗਿਆ ਕਿ 2-2 ਮਹੀਨੇ 'ਚ ਪਰਿਵਾਰ ਖਤਮ ਹੋਇਆ। ਇੱਕ ਤਾਂ ਸੇਧ ਇਹ ਲੈਣ ਵਾਲੀ ਆ ਕਿ ਜਿੱਡਾ ਮਰਜ਼ੀ ਦੁੱਖ ਸੀ, ਗੁਰੂ ਮਹਾਰਾਜ ਨੂੰ ਉਹਨਾਂ ਨੇ
ਹਾਜ਼ਰ ਨਾਜ਼ਰ ਮੰਨ ਕੇ ਆਪਦਾ ਪਰਿਵਾਰ ਟੋਕਣ ਨਹੀਂ ਦਿੱਤਾ। ਦੂਸਰੇ ਨੰਬਰ ਤੇ 100 ਸਾਲ ਦੇ ਹੋ ਕੇ ਵੀ ਹਿੰਮਤ ਨਹੀਂ ਛੱਡੀ, ਚਾਹੇ ਮਾਂ ਆਪਣੀ ਚਾਹੇ 70 ਸਾਲ ਦੀ ਚਲੇ ਜਾਵੇ, 80 ਦੀ ਚਲੇ ਜਾਵੇ, 90 ਦੀ ਚਲੇ ਜਾਵੇ। ਉਹ ਤਾਂ ਸਰ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹ ਗੱਲ ਨਹੀਂ ਸੀ। ਇਹ ਬੜੀ ਵੱਡੀ ਗੱਲ ਹੁੰਦੀ ਹੈ, ਮਾਂ ਨੂੰ ਤੋਰਨਾ ਔਖਾ ਹੀ ਹੁੰਦਾ, ਬੱਚਿਆਂ ਨੂੰ ਬਹੁਤ। ਔਰ ਇਹ ਜੀ ਮਾਂ ਜਿਹਨੇ ਸਾਰਾ ਪਰਿਵਾਰ ਇਕੱਠਾ ਰੱਖਿਆ, ਇੰਨਾ ਕੁਛ ਪਰਿਵਾਰ 'ਚ ਹੋਇਆ, ਫਿਰ ਵੀ ਡੋਲੇ ਨਹੀਂ ਆਪਣੇ ਪਰਿਵਾਰ ਨੂੰ। ਔਰ ਮੈਂ ਇੱਕ ਹੋਰ ਜਾਣਾ ਸਾਰੇ ਭੋਗਾਂ ਦੇ ਸਾਧ ਸੰਗਤ ਜੀ, ਕਈ ਵਾਰ ਜਾਣ ਦਾ ਮੌਕਾ ਮਿਲਦਾ। ਮੈਂ ਇੱਕ ਗੱਲ ਜ਼ਰੂਰ ਕਹਿਣਾ ਵਾ, ਤੇ ਬਜ਼ੁਰਗ ਆਪਾਂ ਨੂੰ ਗੱਲ ਕਹਿੰਦੇ ਸੀ, ਦੁੱਖ ਵੰਡਾਇਆ ਕਿ ਦੁੱਖ ਘਟਦਾ। ਕਿ ਜੋ ਰਿਸ਼ਤੇਦਾਰ ਹੁੰਦਾ, ਆਪਾਂ ਭੈਣ ਭਾਈ ਹੁੰਦੇ, ਅੱਜ ਦੀ ਦੁਨਿਆਵੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਆਪਾਂ ਇੱਕ ਦੂਜੇ ਨਾਲ ਜਾਂਦੇ ਹਾਂ, ਅੱਜ ਭੋਗ ਪੈ ਗਿਆ ਕੱਲ ਖਤਮ। ਮੈਂ ਤਾਂ ਕਹਿਣਾ ਜੇ ਰਿਸ਼ਤੇਦਾਰੀ ਦੀ ਪਛਾਣ ਦੀ ਰਿਸ਼ਤੇਦਾਰੀ ਦਾ ਕੰਮ ਆਪਾਂ ਲਾਈਏ ਨਾ ਤਾਂ ਹੁਣ ਸ਼ੁਰੂ ਹੁੰਦਾ ਦੁੱਖ ਦੇ ਵਿੱਚ। ਜਦੋਂ ਵੀ ਭੋਗ ਪੈ ਜਾਵੇ ਉਸ ਤੋਂ ਬਾਅਦ ਇੰਨਾ ਇਤਫਾਕ ਔਰ ਇੰਨਾ ਆਪਣਾ ਆਪਸ ਦਾ ਪਿਆਰ ਚਾਹੀਦਾ ਕਿ ਪਰਿਵਾਰ ਦੇ ਨਾਲ ਆਉਣਾ ਜਾਣਾ। ਜੇ ਆਪਾਂ ਪਹਿਲਾਂ ਮਹੀਨੇ 'ਚ 2 ਵਾਰ ਜਾਂਦੇ ਆ ਨਾ, ਜਾਂ 2 ਮਹੀਨੇ 'ਚ 1 ਵਾਰ ਜਾਂਦੇ ਆ, ਤਾਂ ਹਰ ਦੂਸਰੇ ਤੀਸਰੇ ਦਿਨ ਸਾਰੇ ਪਰਿਵਾਰ ਨੂੰ, ਜਿਸ ਪਰਿਵਾਰ 'ਚ ਐਡਾ ਵੱਡਾ ਕਹਿਰ ਵਾਪਰਿਆ ਜਾਂ ਇੰਨੇ ਵੱਡੀ ਮਾਤਾ ਜੀ ਚਲੇ ਗਏ, ਆਪਾਂ ਨੂੰ ਰਿਸ਼ਤੇਦਾਰਾਂ ਨੂੰ ਇੱਕ ਦੂਜੇ ਦੇ ਜਾਣਾ ਚਾਹੀਦਾ। ਆਪਾਂ ਅੱਜ ਕੱਲ੍ਹ ਦੁਨਿਆਵੀ ਇੱਕ ਸਾਇੰਸ ਦੀ ਦੁਨੀਆ ਦੇ ਵਿੱਚ ਇੱਕ ਦੂਜੇ ਨਾਲ ਰਿਸ਼ਤਾ ਹੀ ਤੋੜ ਦਿੰਦੇ ਹਾਂ। ਸੰਸਕਾਰ ਤੇ ਜਾਇਆ, ਚਲੋ ਮੈਂ ਭੋਗ ਤੇ ਵੀ ਜਾਇਆ ਸੀ, ਇਹ ਨਹੀਂ ਗੱਲ। ਰਿਸ਼ਤੇਦਾਰੀ ਕੀ ਹੈ? ਰਿਸ਼ਤੇਦਾਰੀ ਤਾਂ ਹੁਣ ਸ਼ੁਰੂ ਹੋਣੀ। ਅੱਜ ਭੋਗ ਤੋਂ ਬਾਅਦ ਜਦੋਂ ਇਨਸਾਨ ਆਪਣੇ ਘਰੇ ਜਾਂਦਾ, ਬੁਰਾ ਨਾ ਮੰਨਿਓ, ਭੋਗ ਤੱਕ ਤਾਂ ਲੋਕ ਆਉਂਦੇ ਰਹਿੰਦੇ ਆ, ਬੰਦੇ ਦਾ ਜੀ ਥੋੜਾ ਜਿਹਾ ਹੌਲਾ ਹੁੰਦਾ ਰਹਿੰਦਾ। ਉਸ ਤੋਂ ਬਾਅਦ ਬਹੁਤ ਔਖਾ ਹੁੰਦਾ ਭੋਗ ਤੋਂ ਬਾਅਦ, ਜਦੋਂ ਇਨਸਾਨ ਦੇਖਦਾ ਮੇਰੀ ਮਾਂ ਇੱਥੇ ਬੈਠੀ ਸੀ, ਸਾਡਾ ਇੰਨਾ ਹਰਿਆ ਭਰਿਆ ਪਰਿਵਾਰ ਹੁੰਦਾ ਸੀ, ਇਨਸਾਨ ਨੂੰ ਬੜਾ ਝਟਕਾ ਲੱਗਦਾ। ਸਾਰੇ ਭੈਣ ਭਾਈ ਰਿਸ਼ਤੇਦਾਰਾਂ ਨੂੰ ਮੈਂ ਤਾਂ ਹਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਇਹੀ ਬੇਨਤੀ ਕਰਦਾ ਹੁੰਦਾ ਕਿ ਸਾਰੇ ਭੈਣ ਭਾਈ ਇਤਫਾਕ ਨਾਲ ਇਕੱਠੇ ਰਹਿ ਕੇ ਰਿਸ਼ਤੇਦਾਰ, ਇਹ ਮਤਲਬ ਆ ਕਿ ਜਦੋਂ ਭੋਗ ਪੈ ਜਾਵੇ ਭਾਈ, ਉਸ ਤੋਂ ਬਾਅਦ ਆਉਂਦੇ ਜਾਂਦੇ ਰਿਹਾ ਕਰੋ। ਐਵੇਂ ਨਹੀਂ ਹੁੰਦਾ ਵੀ ਆਪਾਂ ਵਿਆਹ 'ਚ ਭੰਗੜੇ ਪਾਈਏ। ਵਿਆਹ 'ਚ ਤਾਂ ਆਪਾਂ 4-4 ਫੰਕਸ਼ਨਾਂ ਤੇ ਜਾਈ ਜਾਂਦੇ। ਭੋਗ ਤੋਂ ਬਾਅਦ ਜ਼ਰੂਰ ਪਰਿਵਾਰ ਦੇ ਨਾਲ ਇੰਟੱਚ ਰਿਹਾ ਕਰੋ। ਪਰਿਵਾਰ ਕੋਲ ਆਪਾਂ ਨੂੰ ਜਾਣਾ ਚਾਹੀਦਾ ਤਾਂ ਕਿ ਇਹ ਸੱਚੀ ਗੱਲ ਆ, ਦੁੱਖ ਵੰਡਾਏ ਤੇ ਦੁੱਖ ਘਟਦਾ ਹੈ। ਗੁਰੂ ਬਜ਼ੁਰਗਾਂ ਦੀਆਂ ਕਈ ਗੱਲਾਂ ਜਦੋਂ ਇਨਸਾਨ, ਮੈਂ ਹੁਣ 40-42 ਸਾਲ ਦਾ ਹੋ ਗਿਆ, ਜਦੋਂ ਜਾ ਕੇ ਦੇਖੀਦਾ ਵਾਕਈ ਮੈਂ ਵੀ ਆਪਦਾ ਪਿਤਾ ਖੋਇਆ। ਉਸ ਤੋਂ ਬਾਅਦ ਜਿਹੜਾ ਰਿਸ਼ਤੇਦਾਰ ਆ ਕੇ ਘਰੇ 2-4 ਦਿਨ ਬੈਠ ਜਾਂਦੇ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ, ਬੜਾ ਬੰਦੇ ਨੂੰ ਸਹਾਰਾ ਮਿਲਦਾ। ਇੱਕ ਪਰਿਵਾਰ, ਇੱਕ ਪੇਰੈਂਟਸ ਦੇ ਜਾਣ ਨਾਲ ਇੱਕਦਮ ਘਰ ਪਹਿਲਾਂ ਸੁੰਨਾ ਹੋ ਜਾਂਦਾ। ਨਾਲੇ ਇਸ ਪਰਿਵਾਰ ਦੇ ਵਿੱਚ ਤਾਂ ਇੰਨਾ ਕੁਝ ਦੇਖਿਆ। ਮੈਂ ਤਾਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿਣਾ ਵੀ ਬਜ਼ੁਰਗ ਭਾਨ ਸਿੰਘ ਦਾ ਸਾਡੇ ਘਰੇ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਕਰਕੇ ਆਉਣ ਦੇਣਾ ਸੀ। ਮੇਰਾ ਜ਼ਿਆਦਾ ਇਸ ਪਰਿਵਾਰ ਦੇ ਨਾਲ ਆਉਣ ਜਾਣਾ ਮੇਰੇ ਹਮ ਉਮਰ ਭਿੰਦਰ ਕਰਕੇ ਸੀ। ਉਹ ਵੀ ਇਸ ਦੁਨੀਆ ਤੋਂ ਚਲੇ ਗਏ। ਕਿਹੋ ਜਿਹਾ ਸਮਾਂ ਆਇਆ ਕਿ ਭਰਾ ਨਾਲ ਭਰਾ ਦਾ ਜੋ ਹੋਇਆ ਆਪਾਂ ਨੂੰ ਪਤਾ। ਪਰ ਜਦੋਂ ਵੀ ਮੈਂ ਝਮਟ 'ਚ ਆਉਣਾ, ਮੇਰਾ ਸਭ ਤੋਂ ਪਹਿਲਾਂ ਗਲ ਅੱਖਾਂ ਭਰਦੀਆਂ ਜਦੋਂ ਮੈਂ ਆ ਕੇ ਦੇਖਦਾ ਕਿ ਇੱਥੇ ਭਿੰਦਰ ਹੈ। ਮੇਰਾ ਉਹਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਰਿਸ਼ਤੇਦਾਰੀ ਤੋਂ ਫਟ ਕੇ, ਕਈ ਵਾਰ ਨਾ ਖੂਨ ਤੋਂ ਜ਼ਿਆਦਾ ਪਿਆਰ ਦਾ ਰਿਸ਼ਤਾ ਗੂੜਾ ਹੁੰਦਾ, ਉਹ ਸੀਗਾ। ਦੁੱਖ ਲੱਗਦਾ ਆ ਕੇ ਇਸ ਪਰਿਵਾਰ ਨੂੰ, ਕਿਸ ਗੁਰੂ ਮਹਾਰਾਜ ਨੇ ਪਤਾ ਨਹੀਂ ਕਿਹੜੇ ਇਹੋ ਜਿਹੇ ਇਨਸਾਨ ਨੇ ਕੋਈ ਨਜ਼ਰ ਲੱਗ ਗਈ ਵੀ ਇਹੋ ਜਿਹਾ ਪਰਿਵਾਰ ਹੋ ਗਿਆ। ਇਸ ਪਰਿਵਾਰ ਦੀ ਸੱਚੇ ਪਾਤਸ਼ਾਹ ਐਡਾ ਵੱਡਾ ਝਟਕਾ ਲੱਗਿਆ। ਸਰ ਮਨਜੀਤ ਸਿੰਘ ਨੂੰ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ, ਜਦੋਂ ਕਾਕਾ ਸਾਹਿਬ ਨੂੰ ਅਸੀਂ ਪਹਿਲਾਂ ਉਹਨਾਂ ਗੱਲ ਵੀ ਜਦੋਂ ਵਿਆਹ ਕੇ ਆਉਂਦੇ ਸੀ ਨਾ, ਲੇਡੀਜ਼ ਕੋਈ ਕਹਿੰਦੀ ਹੁੰਦੀ ਸੀ ਬੁੜੀਆਂ ਭਾਈ ਦੋਤੇ ਪੋਤੇ ਵਾਲੀ ਹੁੰਦੀ। ਜਿਹੜਾ ਦੋਤੇ ਪੋਤੇ ਵਾਲੇ ਦਾ ਮਤਲਬ ਦੇਖੋ ਕਿੰਨੀ ਉਮਰ ਹੋਵੇ। ਦੋਤੇ ਪੋਤੇ ਵਾਲੀ, ਜੇ ਦੋਤੇ ਵੀ ਦੇਖ ਲਏ, ਪੋਤੇ ਵੀ ਦੇਖ ਲਏ, ਬਹੁਤ ਉਮਰਾਂ ਢੱਕ ਕੇ ਗਏ। ਪਰ ਅੱਜ ਵੀ ਉਹਨਾਂ ਦੇ ਜਾਣ ਦਾ ਬੜਾ ਹੀ ਦੁੱਖ ਅੱਜ ਵੀ ਲੱਗਦਾ। ਅੱਜ ਵੀ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ ਇਸ ਪਰਿਵਾਰ ਨੂੰ। ਬਹੁਤ ਹੀ ਦੁੱਖ ਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ, ਬਹੁਤ ਲੀਡਰ ਸਾਹਿਬਾਨ ਆਏ ਹੋਏ। ਇਹੀ ਕਹਿਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਐਡਾ ਵੱਡਾ ਦੁੱਖ ਹੋਇਆ, ਦੁੱਖ ਸਹਿਣ ਦੀ ਗੁਰੂ ਮਹਾਰਾਜ ਸ਼ਕਤੀ ਬਖਸ਼ੇ। ਔਰ ਪਰਿਵਾਰ ਦੇ ਦੁੱਖ ਵਿੱਚ ਸਾਰੇ ਭੈਣ ਭਾਈ ਰਿਸ਼ਤੇਦਾਰ ਆਪਾਂ ਇਸ ਤਰ੍ਹਾਂ ਹੀ ਮਿਲ ਵਰਤਾਵ, ਇਤਫਾਕ, ਪਿਆਰ ਬਣਾ ਕੇ ਰੱਖੀਏ। ਇਸ ਭੋਗ ਤੋਂ ਬਾਅਦ ਵੀ ਆਉਂਦੇ ਜਾਂਦੇ ਰਹੀਏ, ਦੁੱਖ ਵੰਡਾਈਏ। ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ। ਹੋਰ ਬਹੁਤ ਸਾਰੇ ਸੀਨੀਅਰ ਲੀਡਰ ਸਾਹਿਬਾਨ ਬੈਠੇ ਨੇ। ਸਰ ਚਰਨਜੀਤ ਸਿੰਘ ਜੀ ਡਵਾਬ, ਸਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪ੍ਰਿਤਪਾਲ ਪਾਲੀ ਪ੍ਰਧਾਨ ਜੀ ਆਏ ਨੇ। ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਮੇਰੇ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਨੇ, ਸਟੇਜ ਸਕੱਤਰ ਸਾਹਿਬ ਨੇ ਅਤੀ ਸਤਿਕਾਰਯੋਗ ਮਾਤਾ ਜੀ ਬਾਰੇ ਅਤੇ ਸਮੁੱਚੇ ਪਰਿਵਾਰ ਬਾਰੇ ਆਪਾਂ ਨੂੰ ਬੜਾ ਵਿਸਥਾਰ ਨਾਲ ਦੱਸਿਆ। ਔਰ ਆਪਾਂ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਪਰਿਵਾਰ ਬਾਰੇ। ਕੇਵਲ ਤੇ ਕੇਵਲ ਆਪਾਂ ਸਾਰੇ ਸੰਗਤੀ ਰੂਪ ਵਿੱਚ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੁਣਦੇ। ਆਪਾਂ ਸਾਰੇ ਸੰਗਤੀ ਰੂਪ ਵਿੱਚ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਸੱਚੇ ਪਾਤਸ਼ਾਹ ਸਾਡੇ ਕੋਲੋਂ ਇਸ ਸੰਸਾਰ 'ਚ ਵਿਚਰਦਿਆਂ ਮਾਤਾ ਜੀ ਇਸ ਅੱਜ ਚਲਾਣਾ ਕਰ ਗਏ ਸਨ।
ਉਹਨਾਂ ਨੂੰ ਸਦੀਵ ਕਾਲ ਦੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰਹਿ ਕੇ ਭਾਣਾ ਮੰਨਣ ਦਾ ਬਲ ਬਖਸ਼ਣਾ ਔਰ ਸਮੁੱਚੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣਾ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੇ ਸਦਨ ਮੁਸ਼ਕਾਰਾ। ਇੱਕ ਵਾਰ ਫਿਰ ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ। ਅਤੀ ਸਤਿਕਾਰਯੋਗ ਸਰ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਹੁਕਮ ਆਇਆ ਸੀ, ਫੋਨ ਆਇਆ ਸੀ, ਉੱਥੇ ਜਾ ਕੇ ਮੇਰੇ ਵੱਲੋਂ ਹਾਜ਼ਰੀ ਬੁਲਾਉਣੀ ਹੈ ਔਰ ਡਾਕਟਰ ਬਲਜੀਤ ਸਿੰਘ ਚੀਮਾ ਜੀ ਨੇ ਵੀ ਇਸ ਪਰਿਵਾਰ ਦੇ ਨਾਲ ਇਸ ਸਮੇਂ ਦੁੱਖ ਦੀ ਹਾਜ਼ਰੀ ਵਿੱਚ ਉਹਨਾਂ ਨੇ ਵੀ ਕਿ ਅੱਜ ਮੇਰੀ ਹਾਜ਼ਰੀ ਲਵਾ ਦੇਣਾ। ਉਹਨਾਂ ਦੋਵਾਂ ਪਰਿਵਾਰਾਂ ਉਹਨਾਂ ਵੱਲੋਂ ਇਸ ਪਰਿਵਾਰ ਦੇ ਨਾਲ ਜਿੱਥੇ ਗੁਰੂ ਸਾਹਿਬ ਆਪ ਦੀ ਸੇਵਾ ਲੈ ਰਹੇ ਹਨ, ਇਸੇ ਤਰ੍ਹਾਂ ਹੀ ਇਸ ਪਰਿਵਾਰ ਤੋਂ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਰਮਣਾ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਡਾਇਰੈਕਟਰ ਜਗਜੀਤ ਸਿੰਘ ਜੀ ਭੋਲਾ, ਬਲਜੀਤ ਸਿੰਘ ਜੀ ਬੱਦੋਵਾਲ, ਇਸੇ ਤਰ੍ਹਾਂ ਸਰਦਾਰ ਬਲਦੇਵ ਸਿੰਘ ਜੀ ਹਿੱਸੇਵਾਲ, ਸਰਦਾਰ ਰਤਨ ਸਿੰਘ ਕਮਾਲਪੁਰੀ ਜੀ ਉਹ ਸਾਡੇ ਵਿੱਚ ਹਾਜ਼ਰ ਨੇ, ਇਸੇ ਤਰ੍ਹਾਂ ਸਰਦਾਰ ਸਰਪੰਚ ਹਰਨੇਕ ਸਿੰਘ ਜੀ ਲਾਗੀਆਂ, ਜਸਵੀਰ ਸਿੰਘ ਜੀ ਦੇਖਭਾਲ, ਬਹੁਤ ਸਾਰੇ ਆਗੂ ਸਾਹਿਬਾਨ ਬੈਠੇ ਨੇ। ਸਾਰਿਆਂ ਦੇ ਨਾਂ ਮੇਰੇ ਲਈ ਬੜੀ ਮੁਸ਼ਕਿਲ ਗੱਲ ਆ, ਮੈਂ ਮਾਫੀ ਚਾਹੁੰਦਾ, ਸਾਰਿਆਂ ਦੇ ਨਾਂ ਨਹੀਂ ਲਏ ਜਾ ਸਕਦੇ। ਹੁਣ ਮੈਂ ਬੇਨਤੀ ਕਰਾਂ ਸਰਦਾਰ ਚਰਨਜੀਤ ਸਿੰਘ ਜੀ ਅਟਵਾਲ ਜੋ ਬਜ਼ੁਰਗ ਸਾਡੇ ਲੀਡਰ ਨੇ, ਜਿਨ੍ਹਾਂ ਦਾ ਜਥੇਦਾਰ ਭਾਨ ਸਿੰਘ ਚਮਟੂਣਾ ਦਾ ਬੜਾ ਨੇੜੇ ਦਾ ਬਾਹਰ ਆ, ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਇਸ ਸੰਗਤ ਦੇ ਵਿੱਚ ਹਾਜ਼ਰੀ ਭਰਨਗੇ। ਸਰਦਾਰ ਚਰਨਜੀਤ ਸਿੰਘ ਜੀ ਅਟਵਾਲ ਜੀ ਹਰਬੰਸ ਕੌਰ ਜੀ ਦੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਸਾਰੇ ਹਾਜ਼ਰੀਆਂ ਲਵਾ ਰਹੇ ਹਾਂ। ਮੈਂ ਵੀ ਤੁਹਾਡੇ ਸਾਰਿਆਂ ਦੇ ਨਾਲ ਰਲ ਕੇ ਇਹੋ ਹੀ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਉਸ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਇਸ ਗੱਲ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਹਿਮਾ ਨਹੀਂ ਕਿ ਜੋ ਗੁਰੂ ਮਹਾਰਾਜ ਨੇ ਜਿਸ ਕਿਸੇ ਪ੍ਰਾਣੀ ਜੋ ਅੰਨ ਦਾਣੇ ਦੀ ਬਖਸ਼ਿਸ਼ ਕੀਤੀ ਹੈ, ਜਦੋਂ ਉਹ ਖਤਮ ਹੋ ਜਾਏ, ਜੋ ਗੁਰੂ ਮਹਾਰਾਜ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਹੈ, ਜਦੋਂ ਉਹ ਖਤਮ ਹੋ ਜਾਏ ਔਰ ਜਦੋਂ ਉਹ ਅਸਥਾਨ ਆ ਜਾਵੇ, ਉਸ ਵੇਲੇ ਇਨਸਾਨ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਆਪਾਂ ਵੇਖਦੇ ਹਾਂ ਕਿ ਕਿਸੇ ਇਨਸਾਨ ਦੀ ਐਸੇ ਥਾਂ ਤੇ ਮੌਤ ਵੀ ਹੁੰਦੀ ਹੈ ਜਿੱਥੇ ਕਦੇ ਸੋਚਿਆ ਨਹੀਂ ਜਾ ਸਕਦਾ ਕਿ ਇਸ ਇਨਸਾਨ ਦੀ ਐਸੇ ਸਥਾਨ ਦੇ ਉੱਪਰ ਇਸ ਤਰ੍ਹਾਂ ਮੌਤ ਵੀ ਹੁੰਦੀ ਹੈ। ਲੇਕਿਨ ਮੌਤ ਹੁੰਦੀ ਹੈ, ਇਨਸਾਨ ਨਹੀਂ ਜਾਂਦਾ, ਬਲਕਿ ਇਨਸਾਨ ਨੂੰ ਮੌਤ ਖਿੱਚ ਕੇ ਲੈ ਜਾਂਦੀ ਹੈ, ਜਿਵੇਂ ਇਸ ਪਰਿਵਾਰ ਨਾਲ ਵਾਪਰਦਾ ਰਿਹਾ। तो मैं बेनती करा कि इस परिवार के नाल जिवें कि मेरे तो पहला मेरे साथी वीरां दे नाम लै गए ने, सरदार दीप सिंह जी, सरदार गुरनाम सिंह जी होने, सारे मेरे वीर साथी सन उस वेले। मेरा सरदार भान सिंह जी होना ना सब तो पहला जो मैं पहली बार 1969 में चोन लड़ी तो सरदार भान सिंह जी होना मेरा पा पिया। उस तो बाद जो मैं 77 में जिस हल्के तो इलैक्शन लड़ी तो सरदार भान सिंह जी होना ने मोहरी हो के मेरे भान सिंह, हरदेव सिंह जी, गुरनाम सिंह जिवें कि पहलों नाम लिया गया है, ये वो इंसान सन जिहड़े सही मायनिਆਂ ਵਿੱਚ पंथक वर्कर सन, जिहड़े दिन रात एक करके अपने हल्के की सेवा करते हैं। सरदार भान सिंह जी नाल मेरा बहुत प्यार है और इस भैन को आके एक बार नहीं, दो बार नहीं, बहुत बार जिंदगी में रोटियां खादियां। तो मैं ये समझदा कि जिवें मेरे तो पहलों क्या गया है भाई, ये कोई शक नहीं, कोई दो रहना नहीं। जेकर कोई राजनीतिक इंसान जेकर उन्हें कामयाब होना है तो उन्होंने चंगे जीवन साथी की लोड़ है। जे साडा जीवन साथी साढ़े नाल दो चार सज्जन आन और अगों मुँह कल नहीं वटिया जाए और उन्होंने को पुछ गिछ ना होवे तो वो कदे
ਚੰਗਾ ਲੀਡਰ ਨਹੀਂ ਬਣ ਸਕਦਾ। ਇਸ ਲਈ ਕਿਸੇ ਵੀ ਇਨਸਾਨ ਨੂੰ ਉਸ ਨੂੰ ਅੱਗੇ ਤੋਰਨ ਲਈ ਉਹਦੇ ਸਜੀਵਨ ਸਾਥੀ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਇਸ ਭੈਣ ਨੇ ਸਾਡਾ ਸਾਥ, ਸਾਡੇ ਵੀਰ ਦਾ ਸਾਥ, ਸਰਦਾਰ ਪਾਨ ਸਿੰਘ ਜੀ ਦਾ ਸਾਥ ਦਿੱਤਾ ਹੈ ਔਰ ਪਾਰਟੀ ਦੀ ਸੇਵਾ ਵੀ ਸਰਦਾਰ ਪਾਨ ਸਿੰਘ ਜੀ ਨੇ ਅੱਗੇ ਵੱਧ ਕੇ ਇਸੇ ਕਰਕੇ ਕੀਤੀ ਹੈ। ਮੈਨੂੰ ਬਹੁਤ ਲੰਬਾ ਸਮਾਂ ਸਾਨੂੰ ਭਰਾਵਾਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲਿਆ ਔਰ ਉਹਨਾਂ ਨੂੰ ਮੈਂ ਉਹਨਾਂ ਦੀ ਜ਼ਿੰਦਗੀ ਦੇ ਜੇ ਮੈਂ ਗੱਲਾਂ ਕਰਨ ਲੱਗਾ ਤਾਂ ਬਹੁਤ ਨੇ, ਕਿਉਂਕਿ ਸਾਡਾ ਭਰਾਵਾਂ ਨੂੰ ਪਿਆਰ ਰਿਹਾ। ਤਾਂ ਮੈਂ ਸਿਰਫ ਇੰਨਾ ਹੀ ਕਹਿ ਕੇ ਜਿਹੜੀ ਖਾਸ ਗੱਲ ਮੈਂ ਕਹਿ ਕੇ ਜਾਣਾ ਚਾਹੁੰਦਾ, ਸਰਦਾਰ ਪਾਨ ਸਿੰਘ ਜੀ ਇੱਕ ਪੰਥਕ ਵਰਕਰ ਸਨ ਜਿਨ੍ਹਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਇਹ ਨਹੀਂ ਵੇਖਿਆ ਦਿਨ ਰਾਤ ਹੋਵੇ, ਉਹਨਾਂ ਨੇ ਇਹ ਨਹੀਂ ਕਦੇ ਵੇਖਿਆ ਕਿ ਮੈਂ ਪੰਥ ਦੀ ਸੇਵਾ ਕਰਨ ਲਈ ਰਾਤ ਜਾਣਾ, ਦਿਨੇ ਉੱਥੇ ਜਾਣਾ। ਉਹ ਹਰ ਵੇਲੇ ਵੀ ਸਾਡੇ ਨਾਲ ਹਮੇਸ਼ਾ ਤਿਆਰ ਰਹਿੰਦੇ ਸੀ। ਇਸ ਲਈ ਮੈਂ ਉਹਨਾਂ ਦਾ ਹਮੇਸ਼ਾ ਮਾਣ ਸਤਿਕਾਰ ਉਹਨਾਂ ਦੇ ਚਰਨਾਂ ਵਿੱਚ ਪੇਟ ਕਰਦਾ। ਇੱਕ ਗੱਲ ਮੈਂ ਹੋਰ ਕਹਿ ਕੇ, ਜੋ ਸਰਦਾਰ ਪਾਨ ਸਿੰਘ ਜੀ ਜਿਸ ਗੱਲ ਦੇ ਮਦਈ ਸਨ ਮੇਰੇ ਉਹਨਾਂ ਨਾਲ ਵਿਚਾਰ ਸਭ ਤੋਂ ਜ਼ਿਆਦਾ ਜਿਸ ਗੱਲ ਕਰਕੇ ਮਿਲਦੇ ਸਨ, ਉਹਨਾਂ ਨੇ ਔਰ ਉਹਨਾਂ ਦੇ ਸਾਥੀ ਵੀ ਬੇਪਰਵਾਹ ਨਹੀਂ। ਉਹਨਾਂ ਦੀ ਜਿੰਨੀ ਸਾਡੀ ਟੀਮ ਸੀ ਨਾ, ਇਹ ਟੀਮ ਕੰਮ ਕਰਨ ਦਾ ਇੱਕ ਬੜਾ ਅਜੀਬ ਤਰੀਕਾ ਸੀ। ਮੈਂ ਯਕੀਨ ਮੰਨਿਆ ਜੇ ਜਿਸ ਹਲਕੇ ਵਿੱਚ ਵੀ ਗਿਆ, ਜਿੱਥੇ ਵੀ ਗਿਆ, ਮੈਂ ਕਦੇ ਆਪ ਹਲਕੇ ਨੂੰ ਪੈਸੇ ਨਹੀਂ ਵੰਡੇ। ਮੈਂ ਕਦੇ ਕਿਸੇ ਪੈਸੇ ਹਲਕੇ ਨੂੰ, ਪਿੰਡ ਨੂੰ ਕਦੇ ਪੈਸੇ ਆਪ ਨਹੀਂ ਦਿੱਤੇ। ਮੈਂ ਜਦ ਕਦੇ ਮੈਨੂੰ ਆਇਆ ਮੌਕਾ ਤਾਂ ਹਲਕੇ ਵਿੱਚ ਜਿਹੜੀ ਗ੍ਰਾਂਟ ਵੰਡਣੀ ਹੈ ਉਹ ਹਲਕੇ ਦੇ ਵਰਕਰਾਂ ਨਾਲ ਸਲਾਹ ਕਰਕੇ ਵੰਡਣੀ ਹੈ। ਤਾਂ ਸਰਦਾਰ ਪਾਨ ਸਿੰਘ ਜੀ ਹੁਣੀ ਐਸੇ, ਜਦੋਂ ਮੈਂ ਇਹਨਾਂ ਨੂੰ ਬਿਠਾ ਲੈਣਾ, ਮੈਂ ਕਹਿਣਾ ਵੀ ਇੰਨੇ ਪੈਸੇ ਆਪਣੇ ਕੋਲ ਆਏ ਨੇ, ਤੇ ਮੈਂ ਕਿਹਾ ਇਹ ਤੁਸੀਂ ਮੈਨੂੰ ਸੁਜੈਸਟ ਕਰਨਾ ਹੈ ਕਿ ਕਿਹੜੇ ਕਿਹੜੇ ਨਗਰ ਨੂੰ ਕਿੰਨੇ ਕਿੰਨੇ ਪੈਸੇ ਚਾਹੀਦੇ ਨੇ। ਔਰ ਯਕੀਨ ਮੰਨਿਆ ਜੇ ਸਰਦਾਰ ਪਾਨ ਸਿੰਘ ਜੀ ਦੀ ਸਭ ਤੋਂ ਵੱਡੀ ਸੋਚ ਜਿਹੜੀ ਮੇਰੇ ਨਾਲ ਰਲਦੀ ਰਹੀ ਹੈ ਉਹ ਇਹ ਹੈ, ਉਹਨੇ ਕਿਹਾ ਸਰਦਾਰ ਜਗਜੀਤ ਸਿੰਘ ਜੀ ਕਹਿੰਦਾ ਹੋਰ ਤੇ ਸਾਡੀਆਂ ਇੱਟਾਂ ਲੱਗਦੀਆਂ ਰਹਿਣਗੀਆਂ, ਇਹ ਗਲੀਆਂ ਨੰਗੀਆਂ ਪੱਕੀਆਂ ਹੁੰਦੀਆਂ ਰਹਿਣਗੀਆਂ, ਪਰ ਤੁਸੀਂ ਇੱਕ ਕੰਮ ਕਰਿਆ ਕਰੋ, ਉਹ ਇਹ ਹੈ ਕਿ ਸਾਡੇ ਸਕੂਲਾਂ ਨੂੰ ਜ਼ਰੂਰ ਇਹਦੇ ਉਚੇਚੇ ਤੌਰ ਤੇ ਧਿਆਨ ਦਿਆ ਕਰੋ, ਕਿਉਂਕਿ ਇਹ ਗਿਰਾਵਟ ਵਾਲੇ ਪਾਸੇ ਜਾ ਰਹੇ ਨੇ, ਸਰਕਾਰਾਂ ਇਹਨਾਂ ਨੂੰ ਇਗਨੋਰ ਕਰਦੀਆਂ ਜਾ ਰਹੀਆਂ ਨੇ। ਤਾਂ ਉਸ ਵੇਲੇ ਮੈਨੂੰ ਯਾਦ ਆ ਜਾਵੇ ਕਿ ਇਸ ਮੇਰੇ ਧੜੇ ਨੇ, ਇਹ ਅਕਾਲੀ ਵਰਕਰਾਂ ਨੇ 7 ਹਾਈ ਸਕੂਲ ਉਸ ਵੇਲੇ ਬਣਵਾਏ, ਜਿਹੜੇ ਮੈਂ ਸਮਝਦਾ ਇੱਕ ਦਿਨ ਬਾਦਲ ਸਾਹਿਬ ਵੀ ਹੱਸ ਪਏ, ਭਾਨ ਸਿੰਘ ਜੀ ਮੇਰੇ ਨਾਲ ਸਨ ਤੇ ਹੋਰ ਵੀ ਇੱਕ ਦੋ ਸਾਥੀ ਸਨ। ਬਾਦ ਸਾਹਿਬ ਨਾਲ ਗੱਲ ਕਰਦਿਆਂ ਕਹਿਣ ਲੱਗੇ ਕਿ ਚਰਨਜੀਤ ਸਿੰਘ ਹੋਣਾ ਨੇ ਸਾਡੀ ਐਜੂਕੇਸ਼ਨ ਦਾ ਬੜਾ ਸਾਡੇ ਸਕੂਲ ਖੋਲ੍ਹੇ ਨੇ, ਕਹਿਣ ਲੱਗੇ 7 ਸਕੂਲ ਖੋਲ੍ਹੇ ਨੇ। ਬਾਦਲ ਸਾਹਿਬ ਕਹਿਣ ਲੱਗੇ ਯਾਰ ਇੰਨੇ ਤਾਂ ਮੈਂ ਨਹੀਂ ਖੋਲ੍ਹ ਸਕਿਆ ਆਪਣੇ ਹਲਕੇ 'ਚ, ਤੂੰ 7-8 ਸਕੂਲ ਕਿਵੇਂ ਆਈ ਬਣਾਤੇ। ਮੈਂ ਕਿਹਾ ਜੀ ਮੇਰਾ ਆਪਣਾ ਤਰੀਕਾ ਨਾ, ਕਿਤੇ ਤੁਹਾਨੂੰ ਆ ਕੇ ਕਿਹਾ ਹੀ ਨਹੀਂ ਕਿ ਤੁਸੀਂ ਮੇਰਾ ਸਕੂਲ ਬਣਾਓ, ਮੇਰਾ ਆਪਣਾ ਤਰੀਕਾ ਹੈ। ਮੈਂ ਸੈਕਟਰੀਆਂ ਨਾਲ ਥੱਲੇ ਤੱਕ ਕੇਸ ਤਿਆਰ ਕਰਕੇ ਫਿਰ ਉੱਪਰ ਭੇਜਦਾ। ਸਰਦਾਰ ਪਾਨ ਸਿੰਘ ਜੀ ਮੇਰੇ ਨਾਲ ਮੈਂ ਇੱਕ ਬੇਨਤੀ ਕਰਕੇ ਤੁਹਾਡੇ ਕੋਲ ਖਿਮਾ ਲੈਣੀ ਹੈ, ਸਾਡਾ ਭਰਾਵਾਂ ਵਰਗਾ ਇਸ ਪਰਿਵਾਰ ਨੂੰ ਸਾਥ ਰਿਹਾ ਔਰ ਮੈਂ ਸਮਝਦਾ ਇਸ ਪਰਿਵਾਰ ਤੇ ਦੁੱਖ ਵੀ ਬੜੇ ਆਏ। ਮੈਨੂੰ ਪਤਾ ਜਦੋਂ ਸਾਡਾ ਬੇਟਾ ਪਵਿੱਤਰ ਉਹਦੀ ਜਦੋਂ ਡੈਥ ਹੋਈ ਤਾਂ ਉਸ ਦੇ ਉੱਪਰ ਬੜੇ ਉਹਦੇ ਮਨ ਤੇ ਸੱਟ ਵੱਜੀ ਔਰ ਉਹ ਇੱਕ ਕਿਸਮ ਦਾ ਮੈਂ ਸਮਝਦਾ ਕਿ ਹਿੱਲ ਗਿਆ ਉਸ ਤੋਂ ਬਾਅਦ। ਤਾਂ ਮੇਰੀ ਇੰਨੀ ਬੇਨਤੀ ਹੈ ਭਾਈ, ਮੈਂ ਇੱਕੋ ਗੱਲ ਕਰਕੇ ਜਾਣਾ ਚਾਹੁੰਦਾ ਕਿ ਸਰਦਾਰ ਪਾਨ ਸਿੰਘ ਜੀ ਨੇ ਤੁਹਾਡੇ ਇਸ ਇਲਾਕੇ ਵਿੱਚ ਆਪਣੇ ਧੜੇਬੰਦੀ ਤੋਂ ਉੱਪਰ ਉੱਠ ਕੇ ਇਸ ਹਲਕੇ ਦੀ ਸੇਵਾ ਕੀਤੀ ਔਰ ਖਾਸ ਕਰਕੇ ਐਜੂਕੇਸ਼ਨ ਉਹਨੇ ਮੇਰੇ ਨਾਲ ਰਲ ਕੇ ਕੰਮ ਕੀਤਾ। ਤੇ ਮੈਂ ਤੁਹਾਨੂੰ ਬੇਨਤੀ ਕਰਕੇ ਜਾਣਾ ਚਾਹੁੰਦਾ ਉਹ ਇਹ ਆ ਕਿ ਸਰਦਾਰ ਪਾਨ ਸਿੰਘ ਜੀ ਹੋਣਾ ਦੀ ਬਦੌਲਤ, ਇਸ ਇਲਾਕੇ ਦੀ ਬਦੌਲਤ ਮੈਨੂੰ ਬੜਾ ਮਾਣ ਤੇ ਸਤਿਕਾਰ ਦੁਨੀਆ 'ਚ ਮਿਲਿਆ। ਸ਼ਾਇਦ ਹੀ ਮੈਂ ਸਮਝਦਾ ਕਿ ਕਿਸੇ ਨੂੰ ਇੰਨਾ ਮਾਣ ਤੇ ਸਤਿਕਾਰ ਮਿਲਿਆ ਹੋਵੇ। ਔਰ ਮੈਂ ਦੁਨੀਆ ਵਿੱਚ ਜਿਹੜੀ ਗੱਲ ਕਰਨੀ ਚਾਹੁੰਦਾ, ਮੈਂ ਦੁਨੀਆ 'ਚ ਕਿਤੇ ਵੀ ਐਸੇ ਮਹੱਲਾ, ਐਸਾ ਜ਼ਿਲ੍ਹਾ ਨਹੀਂ ਵੇਖਿਆ
ਜਿੱਥੇ ਇੱਕ ਮਹੱਲਾ ਹੋਵੇ, ਉੱਥੇ 2 ਸਕੂਲ ਹੋਣ। ਜਿਹੜਾ ਭਾਨ ਸਿੰਘ ਦੀ ਜਿਸ ਗੱਲ ਦੀ ਮੈਂ ਗੱਲ ਕਰਨ ਲੱਗਾ ਹਾਂ, ਜੋ ਜਿਸ ਗੱਲ ਦੇ ਮਦਈ ਸਨ, ਇੱਕ ਮਹੱਲਾ ਹੋਵੇ, ਇੱਕ ਸਕੂਲ ਹੋਵੇ, ਔਰ ਉੱਥੇ 2 ਸਕੂਲਾਂ ਵਿੱਚ ਵੱਖਰਾ ਵੱਖਰਾ ਸਿਲੇਬਸ ਹੋਵੇ। ਇੱਕ ਅਮੀਰ ਬੱਚਿਆਂ ਦੇ ਲਈ ਹੋਰ ਸਕੂਲ ਹੋਵੇ, ਉਹਦਾ ਸਿਲੇਬਸ ਹੋਰ ਹੋਵੇ, ਤੇ ਗਰੀਬ ਬੱਚਿਆਂ ਲਈ ਸਰਕਾਰੀ ਸਕੂਲਾਂ ਵਿੱਚ ਸਿਲੇਬਸ ਹੋਰ ਹੋਵੇ। ਇਹ ਮੈਂ ਸਮਝਦਾ ਕਿ ਮੈਂ ਦੁਨੀਆ 'ਚ ਕਿਤੇ ਨਹੀਂ ਵੇਖਿਆ। ਤਾਂ ਮੈਂ ਬੇਨਤੀ ਕਰਕੇ ਜਾਣਾ ਚਾਹੁੰਦਾ, ਜਿਹੜੀ ਮੈਂ ਸਰਕਾਰਾਂ ਨਾਲ ਵੀ, ਆਪਣੀ ਸਰਕਾਰ ਨਾਲ ਵੀ, ਸਾਰਿਆਂ ਨਾਲ ਵੀ, ਸੈਂਟਰ ਦੀ ਮੋਦੀ ਸਰਕਾਰ ਨਾਲ ਵੀ ਜਦੋਂ ਕਈ ਵਾਰ ਮਿਲਣ ਦਾ ਮੌਕਾ ਮਿਲਿਆ, ਮੇਰੀ ਇੱਕੋ ਹੀ ਮੰਗ ਰਹੀ ਹੈ, ਉਹ ਇਹ ਹੈ, ਮੈਂ ਡਾਕਟਰ ਸਾਹਿਬ ਬਾਬਾ ਅੰਬੇਦਕਰ ਜੀ ਦੀ ਕਮੇਟੀ ਦਾ ਜਦੋਂ ਮੈਂਬਰ ਬਣਿਆ ਤਾਂ ਉੱਥੇ ਗੱਲ ਚਾਹੀ, ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਇੱਕ ਗੱਲ ਦੇ ਦਿਓ, ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਪੰਜਾਬ ਵਿੱਚ, ਸਾਰੇ ਦੇਸ਼ ਵਿੱਚ, ਮੈਂ ਕਿਹਾ ਕਿ ਮੈਨੂੰ ਐਜੂਕੇਸ਼ਨ ਤੇ ਗੱਲ ਚੱਲੀ, ਮੈਨੂੰ ਤੁਸੀਂ ਕੀ ਚਾਹੁੰਦੇ ਹੋ? ਮੈਂ ਕਿਹਾ ਮੈਂ ਚਾਹੁੰਦਾ ਹਾਂ ਕਿ equal opportunity with equal syllabus to all children of the nation having regard of their own mother tongue। मैं क्या मैं चाहूँगा कि चाहे बच्चा सरकारी स्कूल पढ़े, गरीब का बच्चा है, मैं ये नहीं कहता, मैं क्या प्रधानमंत्री साहब मैं ये नहीं कहता कि तुसी करे दूसरे स्कूल ने, कॉन्वेंट स्कूल ने, CBSE रन स्कूल या ICS रन स्कूल है, मैं क्या मैं ये नहीं कहता कि उन्होंने बंद कर दो। मैं कहता हाँ कि ਜਿਹੜੇ ਸਰਕਾਰੀ ਸਕੂਲਾਂ ਵਿੱਚ ਗਰੀਬ ਲੋਕਾਂ ਦੇ ਬੱਚੇ, ਪਿੰਡ ਦੇ ਲੋਕਾਂ ਦੇ ਬੱਚੇ ਜਿਹੜੇ ਪੜ੍ਹਦੇ ਨੇ, ਮੈਂ ਚਾਹੁੰਦਾ ਕਿ ਉਹਨਾਂ ਨੂੰ ਫੈਸਿਲਿਟੀ, ਉਹਨਾਂ ਨੂੰ ਪੜ੍ਹਾਉਣ ਦਾ ਵੀ ਤੌਰ ਤਰੀਕਾ ਉਹੋ ਜਿਹਾ ਹੋਣਾ ਚਾਹੀਦਾ। ਇਸ ਲਈ ਮੈਂ ਸਮਝਦਾ ਕਿ ਮੇਰੇ ਸਾਥੀ ਭਾਨ ਸਿੰਘ ਹੋਣਾ ਇਹ ਜਿਹੜਾ ਮੈਨੂੰ ਇੱਥੋਂ ਜਿਤਾ ਕੇ ਭੇਜਿਆ, ਮੇਰੀਆਂ ਜੜ੍ਹਾਂ ਮਜ਼ਬੂਤ ਕੀਤੀਆਂ, ਉਹਦੇ ਵਿੱਚ ਸਰਦਾਰ ਭਾਨ ਸਿੰਘ ਹੋਣਾ ਦਾ ਇੱਕ ਅਹਿਮ ਰੋਲ ਹੀ ਨਹੀਂ, ਬਲਕਿ ਮੈਂ ਸਮਝਦਾ ਕਿ UN ਤੱਕ ਮੈਨੂੰ ਪਹੁੰਚਾਉਣ ਲਈ ਭਾਨ ਸਿੰਘ ਹੋਣਾ ਨੂੰ ਕਿੰਨੀ ਵਾਰੀ ਆਪਣੇ ਪੁਰਾਣੇ ਸਾਥੀਆਂ ਨੂੰ ਯਾਦ ਕਰਨਾ, ਸਿੰਸੀਅਰ ਸਾਥੀਆਂ, ਮੈਂ ਕਹਿੰਦਾ ਕਿ ਉਹਨਾਂ ਨੇ, ਭਾਨ ਸਿੰਘ ਹੋਣਾ ਨੇ ਮੇਰੇ ਹਰ ਕੰਮ 'ਚ ਜੋ ਸਾਥ ਦਿੱਤਾ, ਮੈਂ ਯਕੀਨ ਮੈਨੂੰ ਕਦੇ ਭੁੱਲ ਨਹੀਂ ਸਕਦਾ। ਔਰ ਆਪਣੀ ਭੈਣ ਨੂੰ ਉਚੇਚੇ ਤੌਰ ਤੇ, ਜਿਵੇਂ ਮੈਂ ਕਿਹਾ ਪਤਾ ਨਹੀਂ ਕਿੰਨੀ ਵਾਰ ਤੁਸੀਂ ਇਹ ਦੇਖੋ ਕਿ ਮੇਰੇ ਨਾਲ ਸਾਰੀ ਅੱਜ ਤੱਕ ਮਿਲਣ ਦਾ ਆਇਆ, ਮੈਂ 2 ਵਾਰ ਵੈਸੇ ਉਸ ਤਰ੍ਹਾਂ, ਲੇਕਿਨ ਭਾਗ ਸਿੰਘ ਜੀ ਹੋਣਾ ਮੇਰੇ ਬਹੁਤਾ ਸਤਿਕਾਰ ਰਿਹਾ, ਪਿਆਰ ਹੈ ਇਸ ਦਾ। ਇਸ ਲਈ ਮੈਂ ਆਪਣੀ ਭੈਣ ਲਈ ਅਰਦਾਸ ਕਰਦਾ ਗੁਰੂ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਇਸ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨੇਗਾ ਬਖਸ਼ੀ। ਔਰ ਦੂਸਰੀ ਗੱਲ ਜਿਹੜੀ ਹੈ ਬੇਨਤੀ ਐਜੂਕੇਸ਼ਨ ਦੇ ਬਾਰੇ ਕੀਤੀ ਹੈ, ਭਾਈ ਕੋਈ ਕੌਮ, ਕੋਈ ਦੇਸ਼, ਕੋਈ ਪਰਿਵਾਰ ਉਨੀ ਦੇਰ ਤੱਕ ਤਰੱਕੀ ਨਹੀਂ ਕਰ ਸਕਿਆ ਜਿੰਨੀ ਦੇਰ ਤੱਕ ਉਸ ਪਰਿਵਾਰ ਵਿੱਚ ਐਜੂਕੇਸ਼ਨ ਚੰਗੀ ਨਹੀਂ ਆਈ। ਕਿਰਪਾ ਕਰਿਆ ਜੇ ਪਿੰਡਾਂ ਵੱਲ ਮੈਂ ਬੇਨਤੀ ਕਰਦਾ ਕਿ ਆਪਣੇ ਸਕੂਲਾਂ ਨੂੰ ਸੰਭਾਲੋ, ਨਹੀਂ ਤੇ ਆਪਣੇ ਪਿੰਡਾਂ ਦਾ ਜਿਹੜਾ ਹਾਲ ਹੈ, ਪਿੰਡਾਂ ਦੇ ਕਾਲਜ ਨੇ ਉਹ ਬੰਦ ਹੋ ਜਾਣਗੇ। ਇੱਕ ਸਮਾਂ ਐਸਾ ਆਏਗਾ, ਇਸ ਲਈ ਪੰਚਾਇਤਾਂ ਆਪੋ ਆਪਣੇ ਪ੍ਰਾਇਮਰੀ ਸਕੂਲਾਂ ਨੂੰ ਖਾਸ ਕਰਕੇ ਬੇਸ ਹੈ। ਯੂ ਕੈਨ ਨਾਟ ਹੈਵ ਅ ਸਟਰੋਂਗ ਬਿਲਡਿੰਗ ਔਨ ਵੀਕ ਫਾਊਂਡੇਸ਼ਨ। ਤੁਸੀਂ ਜਿਨ੍ਹਾਂ ਜਿਸ ਮਕਾਨ ਦੀਆਂ ਮਜ਼ਬੂਤ ਨੀਹਾਂ ਨੇ, ਉਹਨਾਂ ਦੀ ਚੰਗੀ ਬਿਲਡਿੰਗ ਨਹੀਂ ਉਸਾਰ ਸਕਦੇ। ਇਸ ਲਈ ਇਸ ਪਾਸੇ ਵੱਲ ਵੀ ਧਿਆਨ ਦਿਓ। ਸਰਦਾਰ ਭਾਨ ਸਿੰਘ ਹੋਣਾ ਦੀ ਇਸ ਪਾਸੇ ਵੱਲ ਖਾਸ ਮੈਨੂੰ ਹਮੇਸ਼ਾ ਉਹਨਾਂ ਦਾ ਰਹਿੰਦਾ ਸੀ ਇਸ਼ਾਰਾ ਕਿ ਤੁਸੀਂ ਇਸ ਪੱਖ ਨੂੰ ਨਾ ਕਦੇ ਜ਼ਿੰਦਗੀ ਛੱਡੇ, ਔਰ ਮੈਂ ਅੱਜ ਤੱਕ ਇਸ ਪੱਖ ਨੂੰ ਛੱਡਿਆ ਨਹੀਂ। ਦੁਆਸ ਕਰਦਾ ਭਾਈ ਤੁਸੀਂ ਵੀ ਸਹੀ ਮੈਨੇ ਵਿੱਚ ਸਰਦਾਰ ਭਾਨ ਸਿੰਘ ਜੀ ਹੋਣਾ ਨੂੰ, ਉਹਨਾਂ ਦੇ ਪਰਿਵਾਰ ਨੂੰ ਅੱਜ ਜਿਹੜਾ ਆਪਾਂ ਦੁੱਖ ਸਾਂਝਾ ਕਰਨਾ ਹੈ, ਉਹ ਮੈਂ ਸਮਝਣਾ ਕਿ ਉਹਨਾਂ ਦਾ ਦੁੱਖ ਕੱਟਣ ਵਿੱਚ ਤੁਸੀਂ ਸਾਰੇ ਆਏ ਹੋ, ਸਾਹੀ ਹੋਏ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਇਸ ਪਰਿਵਾਰ ਨਾਲ ਜਿੱਥੇ ਹਮਦਰਦੀ ਜ਼ਾਹਿਰ ਕਰਦਾ, ਉੱਥੇ ਆਪਣੀ ਭੈਣ ਦੀ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਉਸ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਇੰਨੀ ਹਾਜ਼ਰੀ ਪਰਿਵਾਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿਸਟਰ ਪੰਜਾਬ, ਉਹਨਾਂ ਵੱਲੋਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ੋਕ ਸੰਦੇਸ਼ ਭੇਜਿਆ ਗਿਆ। ਸੋ ਮੈਂ ਅੰਤ ਦੇ ਵਿੱਚ ਹੁਣ ਮੈਂ ਬੇਨਤੀ ਕਰਾਂ
ਇੱਕ ਵਾਰੀ ਫਿਰ ਮੈਂ ਮਾਫੀ ਚਾਹੁੰਦਾ। ਸਾਰੇ ਸਤਿਕਾਰਯੋਗ ਆ, ਬਹੁਤ ਸਾਰੇ ਆਗੂ ਸਾਹਿਬਾਨ ਦਾ ਮੈਂ ਨਾਮ ਨਹੀਂ ਲੈ ਸਕਿਆ, ਇਸ ਕਰਕੇ ਸਾਰਿਆਂ ਤੋਂ ਮਾਫੀ ਚਾਹੁੰਦਾ। ਅੰਤ ਦੇ ਵਿੱਚ ਮੈਂ ਬੇਨਤੀ ਕਰਦਾ ਸਰਦਾਰ ਦਰਸ਼ਨ ਸਿੰਘ ਸ਼ਿਵਾਲਿਕ ਜੀ, ਉਹ ਆ ਕੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਸਰਦਾਰ ਦਰਸ਼ਨ ਸਿੰਘ ਜੀ ਸ਼ਿਵਾਲਿਕ ਜੀ। ਬੜੇ ਦੁੱਖ ਦੀ ਘੜੀ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਮਾਤਾ ਹਰਬੰਸ ਕੌਰ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ। ਇਸ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਬੈਰਾਗਮਈ ਕੀਰਤਨ ਕਰਕੇ ਪਰਿਵਾਰ ਨੂੰ ਅਤੇ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜ ਕੇ ਪਰਿਵਾਰ ਅਤੇ ਸੰਗਤਾਂ ਦੇ ਦੁੱਖ ਢਾਉਣ ਦਾ ਯਤਨ ਕੀਤਾ ਹੈ। ਮਾਤਾ ਹਰਬੰਸ ਕੌਰ ਜੀ ਜਿੰਨੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਉਹ ਪੂਰੀਆਂ ਕਰਕੇ ਚਲੇ ਗਏ। ਆਪਾਂ ਸਾਰਿਆਂ ਨੇ ਆਪਣੀ ਆਪਣੀ ਵਾਰੀ ਸਿਰ ਇਸ ਸੰਸਾਰ ਦੇ ਵਿੱਚੋਂ ਜਾਣਾ ਹੈ, ਲੇਕਿਨ ਜਿਹੜਾ ਇਨਸਾਨ ਇਸ ਦੁਨੀਆ ਵਿੱਚ ਜਿਉਂਦੇ ਜੀ ਚੰਗੇ ਕਰਮ ਕਰਦਾ ਹੈ, ਦਸਾਂ ਨਾਮ ਦੀ ਕਿਰਤ ਕਮਾਈ ਕਰਦਾ ਹੈ, ਦੂਜੇ ਲੋਕਾਂ ਦੀ ਖਾਤਰ ਕੁਛ ਕਰਦਾ ਹੈ, ਆਪਾਂ ਸੰਸਾਰ ਦੇ ਲੋਕ ਉਸ ਪ੍ਰਾਣੀ ਦਾ ਸਤਿਕਾਰ ਕਰਦੇ ਹਾਂ, ਉਸ ਨੂੰ ਪਿਆਰ ਕਰਦੇ ਹਾਂ। ਜਦ ਉਹ ਪ੍ਰਾਣੀ ਇਸ ਦੁਨੀਆ ਨੂੰ ਛੱਡ ਕੇ ਚਲਿਆ ਜਾਂਦਾ ਵਾ, ਉਸ ਤੋਂ ਬਾਅਦ ਵੀ ਉਸ ਨੂੰ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ। ਸਵਰਗੀ ਜਥੇਦਾਰ ਭਾਨ ਸਿੰਘ ਜੀ ਦਾ ਇਹ ਪਰਿਵਾਰ ਕਿਸੇ ਜਾਣ ਅਤੇ ਪਹਿਚਾਣ ਦਾ ਮੁਹਤਾਜ ਨਹੀਂ ਹੈਗਾ। ਬੜੇ ਪੰਥ ਇਨਸਾਨ ਸਨ, ਕੱਟੜਪੰਥੀ ਸਨ। ਜਥੇਦਾਰ ਭਾਨ ਸਿੰਘ ਜੀ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਨੇਕ ਨੀਤੀ ਅਤੇ ਵਫਾਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਆ। ਉਸ ਸਮੇਂ ਦੇ ਵਿੱਚ ਉਹਨਾਂ ਨੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣੇ ਦੇ ਵਿੱਚ ਸੇਵਾ ਕੀਤੀ ਹੈ। ਇਸ ਨਗਰ ਦੇ ਸਰਪੰਚ ਬਣ ਕੇ ਸੇਵਾ ਕੀਤੀ ਆ। ਉਹਨਾਂ ਦੇ ਹੋਣਹਾਰ ਬੇਟੇ ਸਰਦਾਰ ਮਨਜੀਤ ਸਿੰਘ ਜੀ ਜੋ ਕਿ PAC ਦੇ ਮੈਂਬਰ ਨੇ, ਸਾਡਾ ਛੋਟਾ ਵੀਰ ਭੁਪਿੰਦਰ ਸਿੰਘ ਚਾਮੜ ਜੋ ਕਿ ਇਸ ਨਗਰ ਦੇ ਵਿੱਚ ਬਤੌਰ ਸਰਪੰਚ ਸੇਵਾ ਕੀਤੀ ਆ, ਸਾਡੇ ਪਰਿਵਾਰ ਦਾ ਮੈਂਬਰ ਸੀ ਜੀ। ਉਹਨਾਂ ਦੇ ਸਮੇਂ ਵਿੱਚ ਇਸ ਨਗਰ, ਇਸ ਇਲਾਕੇ ਦੇ ਵਿੱਚ ਬਹੁਤ ਵਿਕਾਸ ਦੇ ਕੰਮ ਹੋਏ ਨੇ, ਲੋਕ ਭਲਾਈ ਦੇ ਕੰਮ ਹੋਏ ਨੇ। ਸੋ ਮਾਤਾ ਜੀ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਜਿੱਥੇ ਇੱਕ ਹੋਣਹਾਰ ਬੇਟੀ ਬਣ ਕੇ ਬੇਟੀ ਦੀ ਜ਼ਿੰਮੇਵਾਰੀ ਨਿਭਾਈ, ਇੱਕ ਆਗਿਆਕਾਰੀ ਪਤਨੀ ਬਣ ਕੇ ਪਤਨੀ ਦੀ ਜ਼ਿੰਮੇਵਾਰੀ ਨਿਭਾਈ, ਇੱਕ ਆਦਰਸ਼ ਮਾਂ ਬਣ ਕੇ ਮਾਂ ਦੀ ਜ਼ਿੰਮੇਵਾਰੀ ਨਿਭਾਈ, ਆਪਣੇ ਪਰਿਵਾਰ ਆਪਣੇ ਬੱਚਿਆਂ ਦੀ ਪਰਵਰਿਸ਼ ਬੜੇ ਸੁਚੱਜੇ ਢੰਗ ਨਾਲ ਕੀਤੀ। ਬੇਸ਼ੱਕ ਮਾਤਾ ਜੀ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਕੇ ਉਹਦੇ ਨਾਲ ਨਾਲ ਆਪਣੀ ਉਮਰ ਭੋਗ ਕੇ ਗਏ ਨੇ, ਪਰ ਮੈਂ ਸਮਝਦਾ ਕਿ ਸਤਿਕਾਰਯੋਗ ਮਾਤਾ ਦੀ ਹਰੇ ਵੀ ਪਰਿਵਾਰ ਨੂੰ ਬਹੁਤ ਲੋੜ ਸੀ। ਮੈਨੂੰ ਮਾਤਾ ਜੀ ਦੇ ਕਈ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਾਡੇ ਗ੍ਰਹਿ ਦੇ ਵਿੱਚ ਵੀ 2-3 ਵਾਰ ਉਹਨਾਂ ਨੇ ਆਪਣੇ ਚਰਨ ਪਾਏ। ਸੋ ਅੱਜ ਮਾਤਾ ਜੀ ਨੂੰ ਸੱਚੀ ਸ਼ਰਧਾ ਦੇ ਫੁੱਲ ਰਹੀ ਨੇ ਕਿ ਅਸੀਂ
ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਰੱਖੀਏ, ਉਹਨਾਂ ਦੇ ਦਿਖਾਏ ਹੋਏ ਰਸਤੇ ਦੇ ਉੱਤੇ ਚੱਲੀਏ, ਸੱਚ ਬੋਲੀਏ, ਇਮਾਨਦਾਰੀ ਦੀ ਕਮਾਈ ਕਰੀਏ। ਮਾੜੇ ਕਰਮਾਂ ਦੇ ਨਾਲ ਜਿਹੜਾ ਕਮਾਇਆ ਧਨ ਹੈਗਾ ਉਹ ਇਨਸਾਨ ਨੂੰ ਥੋੜੇ ਸਮੇਂ ਵਾਸਤੇ ਝੂਠੀ ਸ਼ਾਨੋ ਸ਼ੌਕਤ ਤਾਂ ਜ਼ਰੂਰ ਦਿੰਦਾ, ਪਰ ਮਨ ਦੀ ਸ਼ਾਂਤੀ ਨਹੀਂ ਮਿਲਦੀ। ਮਾਂ ਦੇ ਗੁਣਾਂ ਬਾਰੇ, ਮਾਂ ਦੇ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਵਾ। ਇਸ ਮਾਂ ਨੂੰ ਆਪਾਂ ਰੱਬ ਦਾ ਰੂਪ ਵੀ ਕਹਿੰਦੇ ਆ, ਇਸ ਮਾਂ ਨੂੰ ਆਪਾਂ ਤਿਆਗ ਦੀ ਦੇਵੀ ਵੀ ਕਹਿੰਦੇ ਆ। ਕੋਈ ਵੀ ਗੁਰੂ ਪੀਰ ਪੈਗੰਬਰ ਇਸ ਮਾਂ ਤੋਂ ਵੱਡਾ ਨਹੀਂ ਹੋਇਆ, ਕਿਉਂਕਿ ਉਹਨਾਂ ਨੂੰ ਜਨਮ ਦੇਣ ਵਾਲੀ ਵੀ ਇਹ ਮਾਂ ਹੈ। ਸੋ ਅੱਜ ਜਿੰਨੇ ਵੀ ਰਿਸ਼ਤੇਦਾਰ, ਨਗਰ ਨਿਵਾਸੀ, ਇਲਾਕਾ ਨਿਵਾਸੀ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਨੇ, ਮੈਂ ਉਹਨਾਂ ਦਾ ਆਪਣੇ ਵੱਲੋਂ, ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ ਅਤੇ ਬੇਨਤੀ ਕਰਦਾ ਜਿਨ੍ਹਾਂ ਨੇ ਲੰਗਰ ਪਾਣੀ ਨਹੀਂ ਛਕਿਆ ਉਹ ਜ਼ਰੂਰ ਛਕ ਕੇ ਜਾਣ। ਆਉਣ ਵਾਲੇ ਸਮੇਂ ਵਿੱਚ ਜੇ ਸੇਵਾ ਦਾ ਮੌਕਾ ਮਿਲਿਆ ਤਾਂ ਇਸ ਪਰਿਵਾਰ ਦੀ ਯਾਦ ਵਿੱਚ ਕੁਝ ਐਸਾ ਕੰਮ ਕਰਾਂਗੇ ਜਿਸ ਨੂੰ ਦੇਖ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਮਾਣ ਮਹਿਸੂਸ ਕਰਨ ਕਿ ਜਥੇਦਾਰ ਭਾਨ ਸਿੰਘ ਜੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਇਸ ਇਲਾਕੇ ਵਿੱਚ, ਇਸ ਨਗਰ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਰੋਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ। ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਵਿੱਚ ਹਾਜ਼ਰ ਨੇ ਬੀਬੀ ਕਿਰਨਦੀਪ ਕੌਰ, ਕਾਜਿਆਯੋਗ ਇਸਤਰੀ ਗੁਰੂ ਘਰ ਸਿੰਘ ਸਭਾ, ਉਹਦੇ ਵਾਸਤੇ ਵੀ 32,000 ਮਾਇਆ ਭੇਟਾ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ, ਉਹਦੇ ਵਾਸਤੇ ਵੀ 31,000 ਰੁਪਇਆ। ਸਥਾਨ ਦਮਦਮਾ ਸਥਾਨ ਪਿੰਡ ਮਨਸੂਰਾ, ਉਹਦੇ ਵਾਸਤੇ 31,000 ਰੁਪਇਆ। ਆਪ ਵਾਲਾ ਧੰਨਵਾਦ ਜਿਹੜਾ ਦੇ ਤੋਂ ਧੰਨਵਾਦ ਕੀਤਾ ਗਿਆ। ਉਸੇ ਤਰ੍ਹਾਂ ਜਿੱਦਾਂ ਮੀਟਿੰਗ ਕੀਤੀ ਗਈ ਹੈ ਕਿ ਸਾਰੀਆਂ ਸੰਗਤਾਂ ਦੇ ਲਈ ਗੁਰੂ ਦੇ ਦੀ ਬਣਾਉਣ ਦਾ ਜਿਆਦਾ ਕਰਕੇ ਗਿਆਨ ਦੀ ਖੇਤਰ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।